ओके, ਤਾਂ ਸਕਰੀਨ ਤਾਂ ਸਭ ਨੂੰ ਸ਼ੋ ਹੋ ਰਹੀ ਹੈ ਨਾ? Is screen visible to all of you? Okay. So we are 25 ਆ ਜਾਂਦੇ ਆ ਬਾਕੀ ਵੀ ਸਾਰੇ ਜਣੇ, ਆਪਾਂ ਕੰਟੀਨਿਊ ਕਰਦੇ ਆ। ਰਿਕਾਰਡਿੰਗ ਲੱਗ ਚੁੱਕੀ ਹੈ, ਰਿਕਾਰਡਿੰਗ ਚ ਦੇਖ ਲੈਣਗੇ ਉਹ ਬਾਅਦ ਚ, ਠੀਕ ਹੈ? ਚਲੋ ਹਾਂਜੀ, ਕੋਈ ਕੁਝ ਕਹਿ ਰਿਹਾ? ਓਕੇ ਜੀ, ਚਲੋ ਸ਼ੁਰੂ ਕਰਦੇ ਆ। ਪਹਿਲੀ ਲਾਈਨ ਦੇਖੋ, ਜਿਵੇਂ ਆਪਾਂ ਇੱਕ ਲਾਈਨ ਲਿਖਦੇ ਹੁੰਦੇ ਆ, XYZ ਕੋਈ ਵੀ ਟਾਸਕ ਆ ਕਿ ਪੀਪਲ ਆਰ ਸਫਰਿੰਗ ਫਰੋਮ ਮੈਨੀ ਪ੍ਰੋਬਲਮਸ, ਲੋਕ ਬਹੁਤ ਸਾਰੀਆਂ ਪ੍ਰੋਬਲਮਸ ਤੋਂ ਸਫਰ ਕਰ ਰਹੇ ਨੇ, ਠੀਕ ਹੈ? ਤਾਂ ਉਸ ਚੀਜ਼ ਨੂੰ ਹੋਰ ਥੋੜਾ ਵਧੀਆ ਲਿਖਣ ਲਈ ਤੁਸੀਂ ਕੀ ਲਿਖ ਸਕਦੇ ਹੋ? ਪੀਪਲ ਆਰ ਰੀਲਿੰਗ ਅੰਡਰ ਮੈਨੀ ਪ੍ਰੋਬਲਮਸ। ਮੀਨਿੰਗ ਸੇਮ ਰਹੇਗਾ, ਕੁਝ ਚੇਂਜ ਨਹੀਂ ਹੋ ਰਿਹਾ। ਬਸ ਪਹਿਲੀ ਲਾਈਨ ਦੇ ਨਾਲੋਂ ਦੂਜੇ ਵਾਲੀ ਲਾਈਨ ਜਿਹੜੀ ਹੈ ਥੋੜੀ ਜਿਹੀ ਜ਼ਿਆਦਾ ਅੱਛੀ ਹੈ। ਲਾਈਕ ਸਫਰਿੰਗ ਫਰੋਮ ਦੀ ਜਗ੍ਹਾ ਤੁਸੀਂ ਵਰਡ ਯੂਜ਼ ਕਰ ਸਕਦੇ ਹੋ ਰੀਲਿੰਗ ਅੰਡਰ, ਬਟ ਫਿਰ ਉਹੀ ਗੱਲ ਹੈ ਕਿ ਸੈਂਸ ਦੇ ਹਿਸਾਬ ਨਾਲ ਜਾਣਾ ਹੈ, ਐ ਨਹੀਂ ਕਿ ਜਿੱਥੇ ਵੀ ਦਿਲ ਕਰਿਆ ਉੱਥੇ ਲਾ ਦੇਣਾ। ਸੈਂਸ ਦੇ ਹਿਸਾਬ ਨਾਲ ਜਾਓਗੇ, ਠੀਕ ਹੈ? ਅਗਲਾ ਇੱਕ ਹੋਰ ਸੈਂਟੈਂਸ ਦੇਖੋ। ਸਰ ਆਹ ਵਾਲਾ ਮੇਰਾ ਤਾਂ ਕੀਤਾ ਹੋਇਆਗਾ, ਤੁਸੀਂ ਸੈਂਡ ਕੀਤਾ ਸੀ, ਮੈਂ ਲੈਫਟ ਕਰ ਸਕਦਾ। ਹਾਂ ਜਸਵੀਰ, ਇਹਦੇ ਵਿੱਚ ਤੁਸੀਂ ਜ਼ਿਆਦਾ ਨਹੀਂ ਕਰੇ ਹੋਏ, ਸਿਰਫ 5-6 ਕਰੇ ਹੋਏ ਨੇ। ਇਹਦੇ ਚ 3 ਲੈਕਚਰ ਇਕੱਠੇ ਮੈਂ ਇੱਕੋ ਲੈਕਚਰ ਚ ਕਵਰ ਕਰਨ ਲੱਗਿਆ ਅੱਜ। ਤੁਸੀਂ ਇੱਕੋ ਲੈਕਚਰ ਕਰਿਆ ਸੀਗਾ, ਉਹ ਤੁਹਾਨੂੰ ਮੈਂ ਰਿਕਾਰਡਿੰਗ ਭੇਜੀ ਸੀਗੀ, ਠੀਕ ਹੈ? ਤਾਂ ਬਾਕੀ ਤੁਹਾਡੀ ਵਿਸ਼ ਆ, ਜੇ ਤੁਹਾਨੂੰ ਕੋਈ ਕੰਮ ਹੈ ਜ਼ਰੂਰੀ ਤਾਂ ਤੁਸੀਂ ਲੈਫਟ ਕਰ ਸਕਦੇ ਹੋ, ਠੀਕ ਹੈ? ਇਹ ਬਹੁਤ ਲੰਮਾ ਲੈਕਚਰ ਆ, ਠੀਕ ਹੈ? ਓਕੇ ਚਲੋ, ਪਲੀਜ਼ ਮਿਊਟ ਰੱਖੋ ਨਾ ਸਾਰੇ ਜਾਣੇ। ਓਕੇ ਜੀ, ਅਗਲਾ ਸੈਂਟੈਂਸ ਦੇਖੋ। ਸਮ ਕੰਟਰੀਜ਼ ਆਰ ਸਫਰਿੰਗ ਫਰੋਮ ਪੋਵਰਟੀ ਫॉर ਮੈਨੀ ਡੈਕੇਡਸ। ਕੁਝ ਕੰਟਰੀਜ਼ ਜਿਹੜੀਆਂ ਨੇ ਸਫਰ ਕਰ ਰਹੀਆਂ ਨੇ ਗਰੀਬੀ ਤੋਂ। ਪੋਵਰਟੀ ਮਤਲਬ ਗਰੀਬੀ ਤੋਂ। ਫॉर ਮੈਨੀ ਡੈਕੇਡਸ, ਕਾਫੀ ਸਾਰੇ ਡੈਕੇਡਸ ਤੋਂ। ਲਾਈਕ ਡੈਕੇਡਸ ਕੀ ਹੁੰਦੀਆਂ ਨੇ? 10 ਸਾਲਾਂ ਦਾ ਇੱਕ ਡੈਕੇਡ ਬਣਦਾ, ਜਿਹਨੂੰ ਆਪਾਂ ਦਸ਼ਕ ਕਹਿ ਦਿੰਦੇ ਆ, ਠੀਕ ਹੈ? ਤਾਂ ਸਮ ਕੰਟਰੀਜ਼ ਆਰ ਰੀਲਿੰਗ ਫਰੋਮ ਪੋਵਰਟੀ ਫॉर ਮੈਨੀ ਡੈਕੇਡਸ, ਠੀਕ ਹੈ? ਇਦਾਂ ਲਿਖ ਸਕਦੇ ਹੋ। ਅਗਲਾ ਸੈਂਟੈਂਸ ਦੇਖੋ। ਗਵਰਨਮੈਂਟ ਸ਼ੁੱਡ ਟੇਕ ਐਕਸ਼ਨ ਟੂ ਰਿਡਿਊਸ ਪਾਵਰਟੀ। ਹੁਣ ਰਿਡਿਊਸ ਨੂੰ ਕੀ ਲਿਖ ਸਕਦੇ ਹੋ ਤੁਸੀਂ? ਅੱਛੇ ਵਾਲਾ ਵਰਡ ਲਿਖਣਾ ਹੋਏਗਾ ਤਾਂ ਗਵਰਨਮੈਂਟ ਸ਼ੁੱਡ ਟੇਕ ਐਕਸ਼ਨ ਟੂ ਐਲੀਵੀਏਟ ਪਾਵਰਟੀ। ਐਲੀਵੀਏਟ ਦਾ ਮਤਲਬ ਹੁੰਦਾ ਹੈ ਘੱਟ ਕਰਨਾ ਕਿਸੇ ਚੀਜ਼ ਨੂੰ, ਰਿਡਿਊਸ ਕਰਨਾ, ਠੀਕ ਹੈ? ਸ਼ੈਟਰ ਕਰਨਾ। ਗਵਰਨਮੈਂਟ ਸ਼ੁੱਡ ਟੇਕ ਐਕਸ਼ਨ, ਸਰਕਾਰ ਨੂੰ ਐਕਸ਼ਨ ਲੈਣੇ ਚਾਹੀਦੇ ਨੇ, ਟੂ ਐਲੀਵੀਏਟ ਪਾਵਰਟੀ, ਠੀਕ ਹੈ? ਮੈਂ ਇਸੇ ਦਾ ਹੈਡਿੰਗ ਦੇ ਦਿਆਂ। Okay. The government should take action to alleviate poverty. Poverty needs to be alleviated, ठीक है? Passive. Poverty ਨੂੰ ਲੋੜ ਹੈ alleviate ਕਰਨ ਦੀ, ਠੀਕ ਹੈ? Poverty needs to be alleviated. Conditional sentence ਕਿੱਦਾਂ ਬਣਾਓਗੇ? If ਇਹ word ਗਲਤ ਪਾਇਆ ਹੋਇਆ, ਵੇਟ। If okay, wise मतलब ਸਿਆਣੇ, ਠੀਕ ਹੈ? If wise steps are taken, poverty can be alleviated, ਠੀਕ ਹੈ? ਲਾਈਕ ਤੁਹਾਨੂੰ ਕੋਈ ਪ੍ਰੋਬਲਮ ਸੋਲੂਸ਼ਨ ਵਾਲਾ ਐਸੇ ਆ ਜਾਂਦਾ, ਉਹਦੇ ਚ ਤੁਸੀਂ ਇਹ ਚੀਜ਼ ਲਿਖ ਸਕਦੇ ਹੋ ਕਿ ਜੇ ਸਿਆਣੇ ਸਟੈਪ ਲਏ ਜਾਣ ਤਾਂ ਗਰੀਬੀ ਦਾ ਵੀ ਮੁਕਾਬਲਾ ਕੀਤਾ ਜਾ ਸਕਦਾ, ਗਰੀਬੀ ਨੂੰ ਵੀ ਘਟਾਇਆ ਜਾ ਸਕਦਾ, ਠੀਕ ਹੈ? ਅੱਗੇ ਦੇਖੋ। ਗਵਰਨਮੈਂਟ ਸ਼ੁੱਡ ਗਿਵ ਹਾਰਡ ਪਨਿਸ਼ਮੈਂਟ ਟੂ ਕਿਲਰਸ, ਠੀਕ ਹੈ? ਹੁਣ ਹਾਰਡ ਪਨਿਸ਼ਮੈਂਟ ਨੂੰ ਤੁਸੀਂ ਕੀ ਲਿਖ ਸਕਦੇ ਹੋ? ਲਾਈਕ ਤੁਹਾਨੂੰ ਕ੍ਰਾਈਮ ਨਾਲ ਰਿਲੇਟਡ ਐਸੇ ਆ ਜਾਂਦੇ ਆ, ਉਹਦੇ ਚ ਕੀ ਕਰ ਸਕਦੇ ਹੋ? ਗਵਰਨਮੈਂਟ ਸ਼ੁੱਡ ਗਿਵ ਹਾਰਡ ਪਨਿਸ਼ਮੈਂਟ ਟੂ ਕਿਲਰਸ, मतलब गवर्नमेंट शुड गिव रेजोरियस पनिशमेंट टू किलर्स, ठीक है? गवर्नमेंट शुड सिविक बॉडीज, ठीक है? पुलिस शुड गिव रेजोरियस पनिशमेंट टू किलर्स। रेजोरियस मीनिंग सख्त सजा। ਹੁਣ ਇਹ ਤਾਂ ਹੁੰਦੀ ਹੈ ਵੋਕੈਬਲਰੀ, ਜਿਹੜੇ ਕਈ ਵਾਰੀ ਧੱਕੇ ਨਾਲ ਵਰਡ ਬਣਾ ਦਿੰਦੇ ਹੋ ਨਾ, that is not called vocabulary, ਠੀਕ ਹੈ? ਇਦਾਂ ਹੀ ਕੁਝ ਵੀ ਕੋਲੋਂ ਸੋਚ ਕੇ ਨਾ ਬਣਾਇਆ ਕਰੋ, ਕੁਝ ਵੀ ਕੋਲੋਂ ਆਪਣੇ ਐਡ ਆਨ ਨਾ ਕਰਿਆ ਕਰੋ। ਹਾਂ,
ਉਹ ਚੀਜ਼ ਜ਼ਰੂਰ ਐਡ ਆਨ ਕਰੋ ਜਿਹਦੇ ਤੇ ਤੁਸੀਂ ਜਿਹੜੇ ਵਰਡ ਨੂੰ ਗੂਗਲ ਤੇ ਜਾ ਕੇ ਆਪ ਦੇਖਿਆ ਆਪਣੀ ਅੱਖਾਂ ਨਾਲ, ਜਾਂ ਫਿਰ ਜੋ ਤੁਹਾਨੂੰ ਮੈਂ ਲਿਖਾ ਰਿਹਾ ਇਹ ਤਾਂ ਅੱਖਾਂ ਬੰਦ ਕਰਕੇ ਵੀ ਲਾ ਦੋਗੇ ਤਾਂ ਮੈਂ ਤੁਹਾਨੂੰ ਗਲਤ ਤਾਂ ਕਰਾ ਹੀ ਨਹੀਂ ਰਿਹਾ ਆਬਵੀਅਸਲੀ, ਠੀਕ ਹੈ। ਮੇਰੇ ਆਪਦੇ ਬੜੀ ਧਿਆਨ ਨਾਲ ਦੇਖੇ ਹੋਏ ਨੇ, ਮੇਰੇ ਆਪਦੇ ਬਣਾਏ ਹੋਏ ਨੇ, ਠੀਕ ਹੈ। ਓਕੇ, ਗਵਰਨਮੈਂਟ ਸ਼ੁੱਡ ਗਿਵ ਰਜੋਰੀਅਸ ਪਨਿਸ਼ਮੈਂਟ ਟੂ ਕਿਲਰਸ। ਗਵਰਨਮੈਂਟ ਨੂੰ ਜਿਹੜੀ ਹੈ ਸਖਤ ਸਜ਼ਾ ਦੇਣੀ ਚਾਹੀਦੀ ਕਿਲਰਸ ਨੂੰ, ਜਿਹੜੇ ਕਾਤਲ ਹੁੰਦੇ ਆ। ਇਫ ਰਜੋਰੀਅਸ ਪਨਿਸ਼ਮੈਂਟ ਹੈਡ ਬੀਨ ਗਿਵਨ ਟੂ ਦੀ ਕ੍ਰਿਮੀਨਲਸ they would not have committed crimes again, ठीक है। ਤਾਂ ਇਹ ਤੁਹਾਡਾ ਉਹ ਬਣ ਗਿਆ ਲਾਈਕ ਕੰਡੀਸ਼ਨਲ ਬਣ ਗਿਆ ਇਮੇਜਿਨਰੀ। ਕਿਵੇਂ ਕਿ ਜੇ ਸਖਤ ਸਜ਼ਾ ਕ੍ਰਿਮੀਨਲਸ ਨੂੰ ਦਿੱਤੀ ਗਈ ਹੁੰਦੀ ਤਾਂ ਉਹ ਸੀਰੀਅਸ ਜਿਹੜੇ ਦੁਬਾਰਾ ਕ੍ਰਾਈਮ ਨੂੰ ਕਮਿਟ ਨਾ ਕਰਦੇ, ਠੀਕ ਹੈ। ਇਹਨੂੰ ਤੁਸੀਂ ਐਗਜ਼ਾਮਪਲ ਦੇ ਵਿੱਚ ਪਾ ਸਕਦੇ ਹੋ ਕਿ ਦਾ ਹਿੰਦੂ ਨਿਊਜ਼ਪੇਪਰ ਰਿਵੀਲਡ ਦੈਟ, ਮੰਨ ਕੇ ਚੱਲੋ ਕ੍ਰਾਈਮ ਵਾਲੇ ਟੌਪਿਕ ਦੇ ਵਿੱਚ ਕੀ ਹੁੰਦੇ ਨੇ, ਅਬਡਕਸ਼ਨ ਹੋ ਜਾਂਦੀ ਹੈ। ਅਬਡਕਸ਼ਨ ਕੀ ਹੁੰਦਾ, ਕਿਡਨੈਪਿੰਗ, ਠੀਕ ਹੈ। ਲਾਈਕ ਗਰਲਸ ਨੂੰ ਅਬਡਕਟ ਕਰ ਲਿਆ ਜਾਂਦਾ, ਠੀਕ ਹੈ। ਤਾਂ ਜਿਵੇਂ ਤੁਹਾਨੂੰ ਟਾਸਕ ਮੇਨ ਇੱਕ ਇਹਦੇ ਚ ਆ ਜਾਂਦਾ ਹੁੰਦਾ ਕਿ ਜਿਹੜੇ ਇੱਕ ਵਾਰੀ ਸਜ਼ਾ ਕੱਟ ਚੁੱਕੇ ਹੁੰਦੇ ਉਹ ਦੁਬਾਰਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿ ਨਹੀਂ ਮਿਲਣੀ ਚਾਹੀਦੀ, ਜਾਂ ਉਹਨਾਂ ਨੂੰ ਸੋਸਾਇਟੀ ਐਕਸੈਪਟ ਨਹੀਂ ਕਰਦੀ, ਹਨਾ। ਤਾਂ ਉਹ ਦੁਬਾਰਾ ਲਾਈਕ ਚੇਨ ਸਨੀਚਿੰਗ ਵਗੈਰਾ ਕਰਨ ਲੱਗ ਜਾਂਦੇ ਨੇ, ਗੋਲਡ ਖੋ ਲਿਆ, ਕਿਸੇ ਨੂੰ ਚਾਕੂ ਮਾਰ ਲਿਆ, ਹਨਾ। ਤਾਂ ਉਹ ਚੀਜ਼ਾਂ ਕਰਨ ਲੱਗ ਜਾਂਦੇ ਨੇ। ਤਾਂ ਉਹਦੇ ਚ ਕੀ ਹੈ, ਤੁਸੀਂ ਫੋਰ ਐਗਜ਼ਾਮਪਲ ਕਰਕੇ ਕਹਿ ਸਕਦੇ ਹੋ ਕਿ the headline of the Hindu newspaper revealed that if rigorous punishment had been given to the criminals they would not have committed crime against, ਠੀਕ ਹੈ। ਜੇ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਗਈ ਹੁੰਦੀ ਤਾਂ ਉਹ ਦੁਬਾਰਾ ਕ੍ਰਾਈਮ ਵੀ ਨਾ ਕਰਦੇ, ਠੀਕ ਹੈ। ਇੱਥੋਂ ਤੱਕ ਕਲੀਅਰ ਸਭ ਨੂੰ, rigorous punishment ਤੱਕ ਕਲੀਅਰ ਹੋ ਗਿਆ। say yes in chat box। ਓਕੇ ਓਕੇ, ਚਲੋ ਸਭ ਦੀ ਯੈਸ ਆ ਗਈ। ਓਕੇ ਠੀਕ ਹੈ, ਜਿੱਥੇ ਸਮਝ ਨਾ ਲੱਗੇ ਨਾ ਅਨਮਿਊਟ ਕਰਕੇ ਜਾਂ ਹੈਂਡ ਰੇਜ਼ ਕਰਕੇ ਪੁੱਛ ਲਿਓ, ਠੀਕ ਹੈ। ਕਿਉਂਕਿ ਆਪਾਂ ਕੰਮ ਇੰਨਾ ਕੁ ਹੈ, ਮੇਰੇ ਕੋਲ ਤਾਂ ਪੜਾਉਣ ਨੂੰ ਬਹੁਤ ਕੁਛ ਹੈ, ਤੇ ਠੀਕ ਹੈ ਨਾ। ਉਹ ਨਹੀਂ ਹੈਗਾ ਵੀ ਕੱਲੇ ਪੁਆਇੰਟ ਜੇ ਡਿਸਕਸ ਕਰਵਾਈ ਜੋ, ਕੋਈ ਸਟੱਡੀ ਨਹੀਂ ਹੈ, ਮਜ਼ੇਦਾਰ ਸਟੱਡੀ ਨਹੀਂ ਹੈ, ਠੀਕ ਹੈ। ਜਦੋਂ ਤੱਕ ਤੁਹਾਨੂੰ ਨਵੀਆਂ ਚੀਜ਼ਾਂ ਨਹੀਂ ਸਿਖਾਉਂਦਾ ਮੈਂ, ਹੁਣ ਨਵੀਆਂ ਚੀਜ਼ਾਂ ਸਿਖਾਉਂਗਾ ਤਾਂ ਯੂਜ਼ ਕਰਨ ਨੂੰ ਦਿਲ ਵੀ ਕਰੂਗਾ, ਠੀਕ ਹੈ। ਮਿਊਟ ਰੱਖੋ ਰਾਜੇ ਸਾਰੇ ਜਾਣੇ, ਠੀਕ ਹੈ। ਤਾਂ ਅੱਗੇ ਚੱਲਦੇ ਹਾਂ। ਓਕੇ, ਜੰਕ ਫੂਡ ਹੈਜ਼ ਅ ਹਾਰਮਫੁਲ ਇੰਪੈਕਟ ਔਨ ਹਿਊਮਨ ਬੋਡੀ। ਇਹ ਵੈਸੇ ਤੁਹਾਨੂੰ ਪਤਾ ਹੀ ਹੋਊਗਾ, ਡੈਟਰੀਮੈਂਟਲ ਵਰਡ ਇਹਦੇ ਚ ਐਡ ਕੀਤਾ ਆਪਾਂ, ਅੱਛਾ ਵਰਡ ਹੈ ਇਸ ਕਰਕੇ ਐਡ ਕੀਤਾ, ਠੀਕ ਹੈ। ਤਾਂ ਗਲਤ ਦੇਖੋ, ਗਲਤ ਉੱਪਰਲੀਆਂ ਨੀਲੀਆਂ ਲਾਈਨਾਂ ਵੀ ਨਹੀਂ ਹੈਗੀਆਂ, ਕਿਤੇ ਸੋਚੋ ਵੀ ਉੱਪਰਲੀਆਂ ਲਾਈਨਾਂ ਗਲਤ ਨੇ, ਪਰ ਉਹਨਾਂ ਨਾਲੋਂ ਆ ਲਿਟਲ ਪਾਵਰਫੁਲ ਨੇ ਆ ਵਾਲੀਆਂ ਥੱਲੜੀਆਂ ਲਾਈਨਾਂ, ਠੀਕ ਹੈ। ਤਾਂ ਜੰਕ ਫੂਡ ਹੈਜ਼ ਅ ਡੈਟਰੀਮੈਂਟਲ ਇੰਪੈਕਟ ਔਨ ਹਿਊਮਨ ਬੋਡੀ, ਠੀਕ ਹੈ। ਕਿ ਜੰਕ ਫੂਡ ਦੇ ਭਾਈ ਥੋੜੇ ਜਿਹੇ ਖਤਰਨਾਕ ਪ੍ਰਭਾਵ ਨੇ ਹਿਊਮਨ ਬੋਡੀ ਦੇ ਉੱਪਰ, ਠੀਕ ਹੈ। ਅੱਗੇ ਦੇਖੋ, excessive use of mobile phones is harmful to the eyes, ਠੀਕ ਹੈ। ਤਾਂ ਇਹਨੂੰ ਕੀ ਲਿਖ ਦੋਗੇ, excessive use of mobile phone is detrimental to the eyes, ਠੀਕ ਹੈ। ਕਿ ਜਿਹੜਾ excessive use ਹੈ, ਜ਼ਿਆਦਾ use ਕਰਨਾ ਜਿਹੜਾ ਅੱਖਾਂ ਦੇ ਵਾਸਤੇ ਭਾਈ ਹਾਨੀਕਾਰਕ ਹੈਗਾ। ਇਹ ਹਰਦੀਪ ਮੈਂ ਤੁਹਾਡਾ ਬਾਅਦ ਦੇ ਵਿੱਚ ਕਰਦਾ ਕਲੀਅਰ, ਠੀਕ ਹੈ। ਇਹ ਆਪਾਂ ਕੰਪਲੀਟ ਕਰ ਲਈ ਕਿਉਂਕਿ ਰਿਕਾਰਡਿੰਗ ਚੱਲ ਰਹੀ ਹੈ, ਠੀਕ ਹੈ। ਫਿਰ ਆਪਾਂ ਟੌਪਿਕ ਤੋਂ ਭਟਕ ਜਾਾਂਗੇ, ਮੈਂ ਕਰ ਦਿੰਦਾ ਕਲੀਅਰ, ਠੀਕ ਹੈ। ਓਕੇ, ਉਸ ਤੋਂ ਬਾਅਦ ਦੇਖੋ, ਜੇ ਟ੍ਰੈਫਿਕ ਦੇ ਉੱਪਰ ਤੁਹਾਨੂੰ ਟੌਪਿਕ ਆ ਜਾਂਦਾ, ਉਹਦੇ ਚ ਕੀ ਕਰੋਗੇ ਤੁਸੀਂ। ਤਾਂ ਟ੍ਰੈਫਿਕ ਪ੍ਰੋਬਲਮ, ਸੌਰੀ, ਦੀ ਪ੍ਰੋਬਲਮਸ ਆਫ ਟ੍ਰੈਫਿਕ ਜੈਮ ਇਜ਼ ਇਨਕਰੀਜ਼ਿੰਗ ਡੇ ਬਾਈ ਡੇ। ਇੱਕ ਤਾਂ ਇਹ ਹੋ ਗਿਆ ਸੈਂਟੈਂਸ, ਠੀਕ ਹੈ। ਕਿ ਜਿਹੜੀ ਟ੍ਰੈਫਿਕ ਦੀ ਪ੍ਰੋਬਲਮ ਹੈ, ਤੁਸੀਂ ਕਿੱਦਾਂ ਲਿਖ ਸਕਦੇ ਹੋ, there is not even an iota of doubt the problems of traffic jams is increasing day by day। ਤਾਂ ਤੁਸੀਂ ਉਹਨੂੰ ਕਿੱਦਾਂ ਲਿਖ ਦੋਗੇ, the problems of traffic snarl। ਟ੍ਰੈਫਿਕ ਸਨੈਰਲ ਕੀ ਹੁੰਦਾ ਮੈਂ ਤੁਹਾਨੂੰ ਦਿਖਾ ਦੇਣਾ ਚਾਹੁੰਦਾ ਇੱਕ ਵਾਰੀ। ਲਾਈਕ ਇੱਕ ਜਾਮ ਦੀ ਵੱਡੀ ਲਾਈਨ ਹੁੰਦੀ ਹੈ, ਠੀਕ ਹੈ। ਟ੍ਰੈਫਿਕ ਜਾਮ ਨੂੰ ਹੀ ਟ੍ਰੈਫਿਕ ਸਨੈਰਲ ਕਹਿ ਦਿੰਦੇ ਆਪਾਂ। ਥੋੜੀ ਥੋੜੀ ਵਿਜ਼ੂਅਲ ਸਟੱਡੀ ਜਿਹੜੀ ਆ ਉਹ ਵੀ ਜ਼ਰੂਰੀ ਹੈ, ਤਾਂ ਕਿ ਚੀਜ਼ ਯਾਦ ਹੀ ਹੋ ਜੇ, ਵਰਡ ਭੁੱਲੇ ਹੀ ਨਾ ਕਦੇ, ਠੀਕ ਹੈ। ਤਾਂ ਦੇਖੋ, ਜਦੋਂ ਲੰਬੀ ਲਾਈਨ ਏਦਾਂ ਲੱਗ ਜਾਂਦੀ, ਇਹਨੂੰ ਟ੍ਰੈਫਿਕ ਸਨੈਰਲ ਕਹਿੰਦੇ ਨੇ। ਆ ਦੇਖੋ, ਹੈਵੀ ਟ੍ਰੈਫਿਕ ਸਨੈਰਲ ਇਨ ਦਿੱਲੀ, ਠੀਕ ਹੈ। ਤਾਂ ਡਿਊਰਿੰਗ ਕਾਂਗਰਸ ਰੈਲੀ ਆ, ਕਾਂਗਰਸ ਰੈਲੀ ਦਾ ਟ੍ਰੈਫਿਕ ਸਨੈਰਲ, ਓਕੇ। ਤਾਂ ਇਹਨੂੰ ਟ੍ਰੈਫਿਕ ਸਨੈਰਲ ਕਹਿ ਦਿੰਦੇ ਨੇ।
एक होर वर्ड है ट्रैफिक बोटलनेक। ਤਾਂ ਇਹ ਵੀ ਹੁੰਦਾ ਹੈ ਪੂਰਾ ਭੀੜ ਭੜੱਕਾ, ਠੀਕ ਹੈ। ਆ ਦੇਖੋ ਟ੍ਰੈਫਿਕ ਬੋਟਲਨੈਕ, ਲਾਈਕ ਅੜਿੱਕਾ ਲੱਗ ਜਾਣਾ, ਇਹਨੂੰ ਕਹਿੰਦੇ ਨੇ ਅੜਿੱਕਾ, ਟ੍ਰੈਫਿਕ ਬੋਟਲਨੈਕ, ਠੀਕ ਹੈ। ਤਾਂ ਦੋਨੋਂ ਵਰਡਸ ਜਿਹੜੇ ਨੇ ਤੁਸੀਂ ਯੂਜ਼ ਕਰ ਸਕਦੇ ਹੋ, ਦੋਨੋਂ ਸੈਂਟੈਂਸ ਦੇਖੋ। The problem of traffic jam is increasing day by day. The problem of traffic snarl is increasing by leaps and bounds. Leaps and bounds ਦਾ ਕੀ ਮਤਲਬ ਹੁੰਦਾ ਵੀ ਬੜੇ ਜ਼ੋਰਾਂ ਸ਼ੋਰਾਂ ਨਾਲ ਵੱਧ ਰਹੀ ਹੈ, ਛਾਲਾ ਮਾਰ ਮਾਰ ਕੇ ਵੱਧ ਰਹੀ ਹੈ, ਠੀਕ ਹੈ। ਅੱਗੇ ਦੇਖੋ, the problem of traffic bottleneck the problem of traffic bottlenecks is increasing by leaps and bounds. Okay, ਕੋਈ ਬੱਚਾ ਇਹ ਪੁੱਛਣਾ ਚਾਹੁੰਦਾ ਵੀ ਇੱਥੇ bottlenecks ਲਿਖਿਆ ਹੋਇਆ ਹੈਗਾ ਤੇ ਇੱਥੇ is ਕਿਉਂ ਆਇਆ? ਜੇ ਕੋਈ ਪੁੱਛਣਾ ਚਾਹੁੰਦਾ ਤਾਂ ਚੈਟ ਬਾਕਸ ਦੇ ਵਿੱਚ ਯੈਸ ਲਿਖ ਦਿਓ, ਕੋਈ ਗੱਲ ਨਹੀਂ, ਸਮਝਣਾ ਜ਼ਰੂਰੀ ਹੈ ਕਿਉਂਕਿ ਇਹ ਗਲਤੀ ਹੋ ਜਾਂਦੀ ਹੈ ਅਕਸਰ। ਓਕੇ ਕਾਮਿਆ, ਠੀਕ ਹੈ। ਗੁਰਜੀਤ, ਓਕੇ। ਤਾਂ ਦੇਖੋ ਇੱਥੇ ਜਿਹੜਾ ਰਾਜੇ ਇਜ਼ ਆਇਆ ਨਾ, ਇਹ ਇਜ਼ ਕਾਹਦੇ ਵਾਸਤੇ ਆਏਗਾ? ਆ ਦੇਖੋ, ਦੀ ਪ੍ਰੋਬਲਮ ਇਹ ਸਿੰਗੂਲਰ ਹੈ, ਠੀਕ ਹੈ। ਦੀ ਪ੍ਰੋਬਲਮ ਆਫ ट्रैफिक स्नैरल, जब दी प्रॉब्लम ऑफ ट्रैफिक जैम्स, जब प्रॉब्लम ऑफ ट्रैफिक स्नैरल्स हो गया, बोटलनेक्स हो गया। दी प्रॉब्लम्स ऑफ ट्रैफिक बोटलनेक्स इज, ਤਾਂ ਇਹ ਪ੍ਰੋਬਲਮ ਹੈ ਨਾ ਜਿਹੜਾ, ਇਹ ਵਰਡ ਸਿੰਗੂਲਰ ਹੈ, ਇਸ ਕਰਕੇ ਇੱਥੇ ਇਜ਼ ਆਇਆ। ਜਿਵੇਂ ਕਿ ਆਪਾਂ ਐਵੇਂ ਤਾਂ ਲਿਖ ਦਿੰਦੇ ਹੁੰਦੇ ਆ ਨਾ। ਇੱਕ ਐਗਜ਼ਾਮਪਲ ਹੋਰ ਦੇਖੋ, ਦੀ ਪਰਸੈਂਟੇਜ ਆਫ ਬॉयज, ਹੁਣ ਦੇਖੋ ਪਰਸੈਂਟੇਜ ਆਫ ਬॉयज ਜ਼ਿਆਦਾ ਨੇ ਤਾਂ ਆਪਾਂ ਕੀ ਲਿਖ ਦਿੰਦੇ ਆ, ਵਾਜ਼ ਜਾਂ ਇਜ਼। ਵਾਜ਼ 10%, ਕਦੋਂ? ਇਨ 2020 ਮੰਨ ਕੇ ਚੱਲੋ, ਕਿੱਥੇ? ਇਨ ਕੈਨੇਡਾ, ਠੀਕ ਹੈ। ਤਾਂ ਹੁਣ ਇੱਥੇ ਜਿਹੜਾ ਵਾਜ਼ ਲੱਗਿਆ ਹੈ, ਇਹ ਇਸ ਗੱਲ ਨੂੰ ਦਰਸਾ ਰਿਹਾ ਵੀ ਜਿਹੜੀ ਆ ਪਰਸੈਂਟੇਜ ਹੈ ਨਾ, ਇਹ ਇਹਦੇ ਵਾਸਤੇ ਲੱਗਿਆ ਜੀ। ਪਰਸੈਂਟੇਜ ਆਫ ਬॉयज ਵਰ ਨਹੀਂ ਆਊਗਾ, ਪਰਸੈਂਟੇਜ ਆਫ ਬॉयज ਤੁਸੀਂ ਬਸ ਆ ਅੱਗੇ ਵਾਲੇ ਪਾਰਟ ਨੂੰ ਦੇਖ ਕੇ ਲਾਉਣਾ, ਇੱਥੇ ਵਾਲਾ ਜਿਹੜਾ ਵਰਬ ਦੀ ਫਾਰਮ ਹੈ। ਜੇ ਇਹ ਇੱਥੇ ਵਰਡ ਪਲੂਰਲ ਹੈ ਤਾਂ ਇੱਥੇ ਵਰ ਆਊਗਾ, ਇੱਥੇ ਵਰਡ ਸਿੰਗੂਲਰ ਹੈ ਤੇ ਇੱਥੇ ਵਾਜ਼ ਆਊਗਾ। ਤੇ 99% ਕੇਸਿਸ ਦੇ ਵਿੱਚ ਵਰਡ ਇੱਥੇ ਸਿੰਗੂਲਰ ਹੀ ਹੁੰਦਾ ਹੈ। ਤੇ ਜੇ ਜੈਰੰਡ ਆ ਜੇ ਆਈਐਨਜੀ ਨਾਲ ਜਿਹੜਾ ਸੈਂਟੈਂਸ ਸਟਾਰਟ ਹੋ ਰਿਹਾ, ਉਹ ਤੇ ਹੁੰਦਾ ਹੀ ਸਿੰਗੂਲਰ ਹੈ, ਉਹਦੇ ਚ ਪਲੂਰਲ ਦੀ ਕੋਈ ਰੋਲ ਹੀ ਨਹੀਂ ਹੁੰਦਾ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ। ਕਲੀਅਰ ਹੋ ਗਈ ਇਹ ਚੀਜ਼? ਹਾਂਜੀ, ਇਹ ਗੱਲ ਕਲੀਅਰ ਹੋ ਗਈ ਸਭ ਨੂੰ ਕਿ ਵਾਜ਼ ਕਿਉਂ ਆਇਆ ਔਰ ਇਜ਼ ਕਿਉਂ ਆਇਆ ਉੱਥੇ? ਸੇ ਯੈਸ ਇਨ ਚੈਟ ਬਾਕਸ। ਓਕੇ, ਠੀਕ ਹੈ, ਹੋਗੀ, ਠੀਕ ਹੈ। ਤਾਂ ਦੇਖੋ ਸੈਂਟੈਂਸ ਹੋ ਗਿਆ, ਦੀ ਪ੍ਰੋਬਲਮ ਆਫ ਟ੍ਰੈਫਿਕ ਬੋਟਲਨੈਕ ਇਜ਼ ਇਨਕਰੀਜ਼ਿੰਗ ਬਾਈ ਲੀਪਸ ਐਂਡ ਬਾਉਂਡਸ। ਮਤਲਬ ਤੁਸੀਂ ਇਹਨਾਂ ਦੇ ਵਿੱਚੋਂ ਆ ਦੇਖੋ, ਹੁਣ ਤੁਸੀਂ 3 ਵਰਡ ਤੁਹਾਨੂੰ ਮਿਲ ਰਹੇ ਨੇ ਖਰੇ। ਇੱਕ ਵਾਰੀ ਟ੍ਰੈਫਿਕ ਜੈਮਸ ਲਿਖ ਦੋ, ਫਿਰ ਟ੍ਰੈਫਿਕ ਸਨੈਰਲਸ ਲਿਖ ਦੋ, ਫਿਰ ਟ੍ਰੈਫਿਕ ਬੋਟਲਨੈਕਸ ਲਿਖ ਦੋ ਕਿਸੇ ਹੋਰ ਲਾਈਨ 'ਚ ਜੇ ਲਿਖਣਾ ਪੈ ਰਿਹਾ ਤਾਂ, ਠੀਕ ਹੈ। ਓਕੇ, ਤਾਂ ਬਰਡਿੰਗ ਮਾਈਂਡਸ ਕੀ ਹੁੰਦਾ ਹੈ? ਬਰਡਿੰਗ ਮਾਈਂਡਸ ਲਾਈਕ ਅੱਜ ਜਿਹੜਾ ਟਾਸਕ ਪੇਪਰ ਆਇਆ ਬੱਚਿਆਂ ਨੂੰ, ਐਡਵਰਟਾਈਜ਼ਮੈਂਟ ਦੇ ਉੱਪਰ ਆਇਆ ਹੈਗਾ, ਠੀਕ ਹੈ। ਜਿਹੜੇ ਮਾਰਨਿੰਗ ਸਲੌਟ ਦੇ ਵਿੱਚ ਐਗਜ਼ਾਮ ਆਇਆ ਹੈਗਾ ਅੱਜ 24 ਸਤੰਬਰ ਨੂੰ, ਉਹਦੇ ਚ ਐਡਵਰਟਾਈਜ਼ਮੈਂਟ ਨੂੰ ਸੁਣਨ ਨੂੰ ਆ ਰਿਹਾ ਕਿ ਐਸੇ ਆਇਆ ਸੀਗਾ, ਠੀਕ ਹੈ। ਉਹਦੇ ਵਿੱਚ ਆ ਲਾਈਨਾਂ ਪੈ ਸਕਦੀਆਂ ਨੇ, ਠੀਕ। ਤਾਂ ਕਿਵੇਂ? यूज ओनली फॉर स्मॉल चिल्ड्रन, लाइक जो छोटे छोटे 6 7 8 9 साल 10 साल तक के बच्चे ने, उन्होंने वास्ते तुसी वर्ड यूज कर सकते हो ਜਿਹੜੇ ਕਹਿੰਦੇ ਹੋ ਨਾ ਵੀ ਚਿਲਡਰਨ ਦਾ ਸਿਨੋਨਿਮ ਨਹੀਂ ਮਿਲਦਾ, ਤਾਂ ਕਹਿ ਸਕਦੇ ਹੋ ਜਿਵੇਂ ਕਿ some advertisements cast a detrimental impact on budding minds। budding minds ਹੁੰਦੇ ਕੀ ਨੇ? ਲਾਈਕ ਉੱਭਰਦੇ ਦਿਮਾਗ ਜਿਹੜੇ ਹਾਲੇ ਡਿਵੈਲਪਿੰਗ ਸਟੇਜ 'ਚ ਨੇ, ਠੀਕ ਹੈ। some advertisements cast a detrimental impact on budding minds, ठीक है। तो if one more subject is introduced, अगला सेंटेंस देखो, if one more subject is introduced it may mount stress on children's mind, ठीक है। children's mind लिख दो, तो अगे सेम सेंटेंस ਨੂੰ ਦੁਬਾਰਾ ਲਿਖਿਆ, if one more subject is introduced it may mount stress on budding minds, ठीक है। ਤਾਂ children's ਦੇ ਨਾਲ ਉਹ apostrophe s ਪਾ ਦੋਗੇ, ਇਹਦਾ ਮਤਲਬ ਕੀ ਹੁੰਦਾ ਵੀ ਬੱਚਿਆਂ ਦੇ ਦਿਮਾਗਾਂ ਤੇ, ਠੀਕ ਹੈ। ਤੇ ਇਹਦਾ ਮਤਲਬ ਕੀ ਬਣ ਗਿਆ ਵੀ ਜੇ ਮਾਊਂਟ ਹੁੰਦਾ ਵਾਧਾ ਹੋਣਾ, ਕੋਮਲਪ੍ਰੀਤ ਵਧਣਾ ਕਿਸੇ ਚੀਜ਼ ਦਾ, ਠੀਕ ਹੈ। ਤਾਂ ਇਹ ਜਿਵੇਂ ਆਪਾਂ ਨੂੰ ਟਾਸਕ ਆ ਜਾਂਦੇ ਨੇ ਵੀ ਐਜੂਕੇਸ਼ਨ ਸਿਸਟਮ ਦੇ ਵਿੱਚ ਸਬਜੈਕਟ ਬੜੇ ਵਧਾਏ ਜਾ ਰਹੇ ਨੇ, ਹਨਾ, ਇਹਦੇ ਵਿੱਚ ਤੁਹਾਡੇ ਸਾਰੇ ਐਸੇ ਕਵਰ ਹੋ ਰਹੇ ਨੇ ਅੱਜ ਜੋ ਆਪਾਂ ਪੜ੍ਹ ਰਹੇ ਹਾਂ ਕੁੱਲ ਮਿਲਾ ਕੇ, ਠੀਕ ਹੈ।
ਕਾਸਟ ਹੁੰਦਾ ਇੱਕ ਤਰ੍ਹਾਂ ਦਾ ਲਾਈਕ ਪ੍ਰਭਾਵ ਪਾਉਣਾ, ਠੀਕ ਹੈ। ਮੈਂ ਕੀਤਾ ਸੀਗਾ ਇਫ ਵਨ ਮੋਰ ਸਬਜੈਕਟ, ਹਾਂ ਇੱਥੇ ਠੀਕ ਹੈ। ਇਫ ਵਨ ਮਤਲਬ ਇੱਕ ਜੇ ਹੋਰ ਸਬਜੈਕਟ ਇੰਟਰੋਡਿਊਸ ਕਰ ਦਿੰਦੇ ਹੋ, ਲਾਈਕ ਸਾਇੰਸ ਮਿਊਜ਼ਿਕ ਇੰਨਾ ਕੁਛ ਇੰਨੇ ਸਬਜੈਕਟ ਨੇ, ਜੇ ਤੁਸੀਂ ਕੋਈ ਹੋਰ ਵੀ ਸਬਜੈਕਟ ਚਲਾ ਦਿੱਤਾ ਤਾਂ ਇਹ ਬੱਚਿਆਂ ਦੇ ਦਿਮਾਗਾਂ ਦੇ ਉੱਪਰ, ਉੱਭਰਦੇ ਦਿਮਾਗਾਂ ਦੇ ਉੱਤੇ ਭਾਈ ਪ੍ਰਭਾਵ ਪਾਊਗੀ, ਸਟ੍ਰੈਸ ਦਊਗੀ ਇਹ ਚੀਜ਼, ਠੀਕ ਹੈ। ਅੱਗੇ ਦੇਖੋ, if the vicinities of living places are clean, it may cast a positive impact on budding minds, ठीक है। ਤਾਂ ਪੋਜ਼ਿਟਿਵ ਇੰਪੈਕਟ ਮਤਲਬ ਸਕਾਰਾਤਮਕ, ਠੀਕ ਹੈ, ਪ੍ਰਭਾਵ। ਜੇ ਵਿਸਿਨਿਟੀਜ਼ ਕੀ ਹੁੰਦਾ, ਸਰਾਊਂਡਿੰਗਸ, ਠੀਕ ਹੈ। ਤਾਂ ਜੇਕਰ ਸਰਾਊਂਡਿੰਗਸ ਆਪਣੇ ਲਿਵਿੰਗ ਪਲੇਸ ਦੀਆਂ ਕਲੀਨ ਹੋਣਗੀਆਂ, ਇਟ ਮੇ ਕਾਸਟ ਅ ਪੋਜ਼ਿਟਿਵ ਇੰਪੈਕਟ ਔਨ ਬਡਿੰਗ ਮਾਈਂਡ, ਠੀਕ ਹੈ। ਤਾਂ ਇਹ ਆਪਣੇ ਲਾਈਕ ਜਿਹੜੇ ਉੱਭਰਦੇ ਦਿਮਾਗ ਨੇ ਉਹਨਾਂ ਦੇ ਉੱਤੇ ਵੀ ਪੋਜ਼ਿਟਿਵ ਪ੍ਰਭਾਵ ਹੀ ਦਊਗਾ। এনवायरमेंट ਦੇ ਉੱਪਰ ਅੱਜ ਤਾਂ ਇਹ ਲਾਈਨ ਚੱਲ ਜਾਣੀ ਹੈ, ਤੇ ਤੁਸੀਂ ਹੁਣ ਅਬਜ਼ਰਵ ਕਰਨੀ ਹੈ ਨਾ ਵੀ ਕਿਹੜੀ ਕਿੱਥੇ ਚੱਲੂਗੀ, ਠੀਕ ਹੈ। ਥੋੜੀ ਜਿਹੀ ਤੋੜ ਮਰੋੜ ਸਕਦੇ ਹੋ ਪਰ ਸੈਂਸ ਦੇ ਵਿੱਚ ਰਹਿ ਕੇ, ਠੀਕ ਹੈ। ਸੈਂਸ ਨਹੀਂ ਖਰਾਬ ਕਰਨੀ ਸੈਂਟੈਂਸ ਦੀ, ਠੀਕ ਹੈ। ਓਕੇ, ਅੱਗੇ ਦੇਖੋ, ਪੀਪਲ ਡੂਇੰਗ ਰੈਗੂਲਰ ਐਕਸਰਸਾਈਜ਼ ਆਰ ਲੈਸ ਵਲਨਰੇਬਲ ਟੂ ਡਿਸੀਜ਼ਸ, ਠੀਕ ਹੈ। ਵਲਨਰੇਬਲ ਹੁੰਦਾ ਲਾਈਕ ਨਾਜ਼ੁਕ, ਠੀਕ ਹੈ। ਤਾਂ ਪੀਪਲ ਡੂਇੰਗ, ਇੱਥੇ ਪੀਪਲ ਹੂ ਆਰ ਡੂਇੰਗ ਲਾਈਕ ਰਿਡਕਸ਼ਨ ਕਲੌਜ਼ ਯੂਜ਼ ਕੀਤਾ ਹੈ, ਬਟ ਤੁਸੀਂ ਸੇਮ ਰੱਖੋ। ਹੁਣ ਐਕਸਰਸਾਈਜ਼ ਦੇ ਉੱਪਰ ਬਹੁਤ ਟਾਸਕ ਆਪਣੇ ਆ ਜਾਂਦੇ ਆ, ਠੀਕ ਹੈ। ਪੀਪਲ ਡੂਇੰਗ ਰੈਗੂਲਰ ਐਕਸਰਸਾਈਜ਼ ਆਰ ਲੈਸ ਵਲਨਰੇਬਲ ਟੂ ਡਿਸੀਜ਼, ਲਾਈਕ ਇਹ ਬਿਮਾਰੀਆਂ ਦੇ ਬਹੁਤ ਜ਼ਿਆਦਾ ਨੇੜੇ ਨਹੀਂ ਹੈਗੇ, ਠੀਕ ਹੈ, ਘੱਟ ਨੇੜੇ ਨੇ। ਲੈਸ ਵਲਨਰੇਬਲ ਟੂ ਡਿਸੀਜ਼ ਕੌਣ, ਜਿਹੜੇ ਰੈਗੂਲਰ ਐਕਸਰਸਾਈਜ਼ ਕਰਦੇ ਨੇ, ਠੀਕ ਹੈ। ਅੱਗੇ ਦੇਖੋ, ਪੀਪਲ ਨਾਟ ਡੂਇੰਗ ਰੈਗੂਲਰ ਐਕਸਰਸਾਈਜ਼ ਆਰ ਮੋਰ ਵਲਨਰੇਬਲ, ਉੱਤੇ ਲੈਸ ਲਿਖਿਆ ਸੀਗਾ, ਇੱਥੇ ਮੋਰ। ਜਿਹੜੇ ਰੈਗੂਲਰ ਨਹੀਂ ਕਰਦੇ ਉਹ ਬਿਮਾਰੀਆਂ ਦੇ ਜ਼ਿਆਦਾ ਨੇੜੇ ਨੇ, ਠੀਕ ਹੈ। ਤਾਂ ਹੁਣ ਬਣੀਆਂ ਬਣਾਈਆਂ ਕੋਲੋਕੇਸ਼ਨਸ, ਬਣੇ ਬਣਾਏ ਸੋਹਣੇ ਸੋਹਣੇ ਵਰਡ ਤੁਹਾਨੂੰ ਵਿੱਚ ਮਿਲ ਰਹੇ ਨੇ, ਤਾਂ ਯੂਜ਼ ਕਰ ਲਿਓ, ਫਾਇਦਾ ਲੈ ਲਿਓ, ਠੀਕ ਹੈ। ਮੈਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡ ਰਿਹਾ, ਆਈ ਐਮ ਲੀਵਿੰਗ ਨੋ ਸਟੋਨ ਅਨਟਰਨਡ, ਓਕੇ। ਬਾਕੀ ਹੁਣ ਤੁਹਾਡੀ ਪ੍ਰੈਕਟਿਸ ਤੇ ਰਹੂਗੀ ਇਹ ਚੀਜ਼, ਠੀਕ ਹੈ। ਪੀਪਲ ਹੂ ਡੂ ਨਾਟ ਈਟ ਜੰਕ ਫੂਡ ਹੈਵ ਲੈਸ ਵਲਨਰੇਬਲ ਟੂ ਡਿਸੀਜ਼। ਹੁਣ ਆ ਦੇਖੋ, ਪੀਪਲ ਦੀ ਜਿਹੜੀ ਵਰਬ ਦੀ ਫਾਰਮ ਆ ਉਹ ਆ ਜਾ ਕੇ ਲੱਗੀ ਹੈਵ। ਆ ਤਾਂ ਸੈਂਟੈਂਸ ਦੇ ਵਿੱਚ ਸੈਂਟੈਂਸ ਪਾਇਆ ਵੀ ਲੋਕ ਜਿਹੜੇ ਜੰਕ ਫੂਡ ਨਹੀਂ ਖਾਂਦੇ ਉਹ ਭਾਈ ਘੱਟ, ਲੈਸ ਵਲਨਰੇਬਿਲਿਟੀ ਟੂ ਡਿਸੀਜ਼, ਉਹਨਾਂ ਦੀ ਜਿਹੜੀ ਵਲਨਰੇਬਿਲਿਟੀ ਹੈ ਉਹ ਲੈਸ ਹੈ, ਲਾਈਕ ਜਿਹੜੀ ਚਾਂਸ ਨੇ ਉਹ ਘੱਟ ਨੇਗੇ, ਠੀਕ ਹੈ, ਡਿਸੀਜ਼ ਦੇ ਨੇੜੇ ਹੋਣ ਦੇ, ਓਕੇ। ਅੱਗੇ ਦੇਖੋ, ਜੈਰੰਡ ਫਾਰਮ ਦੇ ਵਿੱਚ ਜੇ ਬਣਾਉਣਾ ਹੈ ਤਾਂ ਜੈਰੰਡ ਫਾਰਮ ਦੇ ਵਿੱਚ ਇੱਕ ਸੈਂਟੈਂਸ ਬਣਾਇਆ ਕਰੋ, ਠੀਕ ਹੈ। ਜਿਹੜੇ ਬਣਾਉਂਦੇ ਨੇ ਮੈਂ ਉਹਨੂੰ ਬੈਂਡ ਜ਼ਿਆਦਾ ਦਿੰਨਾ, ਠੀਕ ਹੈ, ਕਿਉਂਕਿ ਮੰਗਦੀ ਹੈ IDP, ਠੀਕ ਹੈ। ਤਾਂ ਜੈਰੰਡ ਦਾ ਮਤਲਬ ਕਹਿੰਦਾ ING ਨਾਲ ਸੈਂਟੈਂਸ ਸਟਾਰਟ ਹੋਊਗਾ, ਬਿਨਾਂ ਕੋਈ ਕੌਮਾ ਬਿੰਦੀ ਲੱਗੇ, ਠੀਕ ਹੈ, ਖਤਮ ਹੋਊਗਾ, ਫੁੱਲ ਸਟਾਪ ਲੱਗੇਗਾ, ਠੀਕ ਹੈ। ਤਾਂ ਦੇਖੋ, ਡੂਇੰਗ ਐਕਸਰਸਾਈਜ਼ ਕੀਪਸ ਅਸ ਹੇਲ ਐਂਡ ਹਰਟੀ। ਤਾਂ ਜਦੋਂ ਵੀ ING ਨਾਲ ਸੈਂਟੈਂਸ ਸਟਾਰਟ ਹੋ ਰਿਹਾ ਤਾਂ ਜਿਹੜੀ ਵਰਬ ਦੀ ਫਾਰਮ ਹੈ ਉਹਦੇ ਨਾਲ S ਆਉਣਾ ਹੀ ਆਉਣਾ, ਇਹ ਗੱਲ ਯਾਦ ਰੱਖਿਓ। ਨਹੀਂ ਤਾਂ ਫਿਰ is MR ਤਾਂ ਆਉਂਦਾ, is was has ਤਾਂ ਆਉਂਦਾ ਹੀ ਹੈ, ਠੀਕ ਹੈ। ਤਾਂ ਡੂਇੰਗ IN, ਜਿਵੇਂ ਹੁਣ ਰੀਡਿੰਗ ਬੁੱਕਸ is, ਇੱਥੇ ਫਿਰ is ਆ ਜਾਣਾ ਸੀ, ਮੈਂਡੇਟਰੀ ਫॉर ਗੈਟਿੰਗ ਨੌਲੇਜ, ਠੀਕ ਹੈ। ਤਾਂ ਡੂਇੰਗ ਐਕਸਰਸਾਈਜ਼ ਕੀਪਸ ਅਸ ਹੇਲ ਐਂਡ ਹਰਟੀ ਮਤਲਬ ਰਿਸ਼ਟ ਪੁਸ਼ਟ। ਰੋਜ਼ ਐਕਸਰਸਾਈਜ਼, ਲਾਈਕ ਐਕਸਰਸਾਈਜ਼ ਕਰਨਾ ਸਾਨੂੰ ਰਿਸ਼ਟ ਪੁਸ਼ਟ ਰੱਖਦਾ ਹੈ। ਫਿਟ ਐਜ਼ ਫਿਡਲ ਜਿਹਨੂੰ ਆਪਾਂ ਕਹਿ ਦਿੰਦੇ ਆ, ਪਰ ਫਿਟ ਐਜ਼ ਫਿਡਲ ਰਾਈਟਿੰਗ 'ਚ ਯੂਜ਼ ਨਹੀਂ ਕਰਨਾ ਹੁੰਦਾ, ਓਕੇ। ਅੱਗੇ ਦੇਖੋ, ਗੋਇੰਗ ਫॉर ਅ ਮਾਰਨਿੰਗ ਵਾਕ ਡੇਲੀ ਕੀਪਸ ਅਸ ਸਾਊਂਡ ਇਨ ਵਿੰਡ ਐਂਡ ਲਿੰਬ, ਠੀਕ ਹੈ। ਤਾਂ ਇਹਦਾ ਮਤਲਬ ਕੀ ਹੈ ਵੀ ਲਿੰਬ ਕੀ ਹੁੰਦੇ ਨੇ, ਆਪਣੇ ਅੰਗ, ਠੀਕ ਹੈ। ਸਾਊਂਡ ਇਨ ਵਿੰਡ, ਠੀਕ ਹੈ, ਮਤਲਬ ਸਾਨੂੰ ਲਾਈਕ ਅੱਛੀ ਤਾਜ਼ਗੀ ਦਿੰਦਾ ਤੇ ਸਾਡੇ ਅੰਗਾਂ ਨੂੰ ਆਰਾਮ ਦਿੰਦਾ। ਇਸ ਲਾਈਨ ਦਾ ਮਤਲਬ ਇਹ ਵੀ ਤੁਹਾਨੂੰ ਯਾਦ ਕਰ ਲੈਣੀ ਪੈਣੀ ਹੈ। ਗੋਇੰਗ ਫॉर ਅ ਮਾਰਨਿੰਗ ਵਾਕ ਡੇਲੀ ਮਤਲਬ ਮਾਰਨਿੰਗ ਵਾਕ 'ਚ ਡੇਲੀ ਜਾਣਾ, ਕੀਪਸ ਰੱਖਦਾ, ਕੀ ਰੱਖਦਾ ਹੈਗਾ, ਸਾਡੇ ਅੰਗਾਂ ਨੂੰ ਤਾਜ਼ਗੀ ਰੱਖਦਾ ਤੇ ਸਾਡੇ ਲਾਈਕ ਸਾਰਾ ਲਾਈਕ ਪੂਰੀ ਬੋਡੀ ਦੀ ਇੱਕ ਓਵਰਆਲ ਕਹਿ ਲਓ ਐਕਸਰਸਾਈਜ਼ ਹੁੰਦੀ ਹੈ ਇਹਦੇ ਨਾਲ, ਠੀਕ ਹੈ। ਤਾਂ ਇਫ ਪੀਪਲ ਵਾਂਟ ਟੂ ਬੀ ਹੇਲ ਐਂਡ ਹਰਟੀ ਦੇ ਸ਼ੁੱਡ ਅਬਸਟ੍ਰੇਨ ਫਰੋਮ ਜੰਕ ਫੂਡ। ਜੇ ਲੋਕ ਚਾਹੁੰਦੇ ਨੇ ਕਿ ਉਹ ਰਿਸ਼ਟ ਪੁਸ਼ਟ ਹੋਣ, ਠੀਕ ਹੈ, ਬਣਨਾ, ਜੇ ਲੋਕ ਰਿਸ਼ਟ ਪੁਸ਼ਟ ਬਣਨਾ ਚਾਹੁੰਦੇ ਨੇ, ਦੇ ਸ਼ੁੱਡ ਅਬਸਟ੍ਰੇਨ ਹੁੰਦਾ ਪਰਹੇਜ਼ ਕਰਨਾ, ਠੀਕ ਹੈ, ਪਰਹੇਜ਼ ਕਰਨਾ, ਲਿਖ ਲਓ ਆਪਣੀ ਕਾਪੀ ਤੇ, ਫਰੋਮ ਜੰਕ ਫੂਡ, ਉਹਨਾਂ ਨੂੰ ਜੰਕ ਫੂਡ ਤੋਂ ਪਰਹੇਜ਼ ਕਰਨਾ ਪਊਗਾ, ਓਕੇ। ਇੱਥੋਂ ਤੱਕ ਸਾਰੇ ਸੈਂਟੈਂਸ ਕਲੀਅਰ ਹੋ ਗਏ? ਹਾਂਜੀ, Yes, sir. ਓਕੇ।
जसकीरत, चलो अगे चलते हैं। Doing imports and exports with other nation will foster relations among different countries। एक ही सेंटेंस है, थोड़ा अलग ही है। तो देखो, doing imports and exports with other nation will foster ਹੁੰਦਾ लाइक किसी चीज ਨੂੰ ਵਧਾਉਣਾ कह लो, relations among different countries लाइक जे ਆਪਾਂ import and export ਕਰਾਂਗੇ ਦੂਜੀਆਂ countries ਦੇ ਨਾਲ ਤਾਂ ਇਹ ਸਾਡੇ ਜਿਹੜੇ ਵਿਚਕਾਰ ਜਿਹੜੀ ਸਦਭਾਵਨਾ ਆ ਨਾ, ਜਿਹੜਾ ਲਾਈਕ ਰਿਲੇਸ਼ਨਸ ਨੇ ਦੂਜੀਆਂ ਕੰਟਰੀਜ਼ ਤੇ ਸਾਡੇ ਵਿਚਾਲੇ, ਉਹਨੂੰ ਵਧਾਊਗੀ ਇਹ ਚੀਜ਼। ਠੀਕ ਹੈ, ਤਾਂ ਇਹ ਵੀ ਜੈਰੰਡ ਫਾਰਮ ਹੈ, ਜਸਟ ਜੈਰੰਡ ਕਰਵਾ ਰਹੇ ਸੀ ਤਾਂ ਇਹ ਸੈਂਟੈਂਸ ਬਣਾਇਆ ਸੀਗਾ। ਠੀਕ ਹੈ, ਓਕੇ। ਅੱਗੇ ਹੁਣ ਇੰਪਲੋਇਮੈਂਟ ਵਾਲਾ, ਤਾਂ ਇਹ ਤਾਂ ਬਹੁਤ ਇੰਪੋਰਟੈਂਟ ਆ, ਤਾਂ ਤੁਹਾਨੂੰ ਸਾਰੇ ਹੀ ਯਾਦ ਕਰਨੇ ਚਾਹੀਦੇ ਨੇ। ਠੀਕ ਹੈ, ਤਾਂ ਲਾਈਕ ਇਹ ਕਿਤੇ ਵੀ ਤੁਹਾਡਾ ਬਹੁਤ ਸਾਰੇ ਐਸੇਜ਼ ਨੇ ਜਿਹਦੇ ਵਿੱਚ ਇੰਪਲੋਇਮੈਂਟ ਵਾਲਾ ਜਿਹੜਾ ਆਪਣਾ ਪੈ ਜਾਂਦਾ ਆ। ਤਾਂ ਜਿਵੇਂ ਹੁਣ ਇੱਥੇ ਡੈਸ਼ ਕਿਉਂ ਬਣਾਈ ਹੈ, ਪਹਿਲਾਂ ਇਹਨੂੰ ਪੜ੍ਹਦੇ ਹਾਂ ਜਸਟ। ਵੁੱਡ ਓਪਨ ਅਪ ਮੈਨੀ ਐਵੇਨਿਊਜ਼ ਆਫ ਇੰਪਲੋਇਮੈਂਟ। ओपन अप का की मतलब होंगे खोलेगा, मैनी एवेन्यूज मतलब एवेन्यूज होंगे ने रस्ते, राह बनाएगा कादे इंप्लॉयमेंट दे। ठीक है, हुण देखो किवें, मन के चलो तुसी तां जिवें इत्थे मैं कोई सेंटेंस बना दिया, प्राइवेट सेक्टर्स, ओके, इफ गवर्नमेंट give license to private sector, it would open up many avenues of employment। जे गवर्नमेंट प्राइवेट सैक्टर ਨੂੰ ਲਾਇਸੈਂਸ ਦਿੰਦੀ ਹੈ ਤਾਂ ਇਹ employment ਦੇ ਬਹੁਤ ਸਾਰੇ ਰਸਤੇ ਖੋਲੇਗਾ। ਠੀਕ ਹੈ, ਉਵੇਂ ਦੇਖੋ ਅਗਲਾ ਸੈਂਟੈਂਸ, if museums exist, ਜੇ ਮਿਊਜ਼ੀਅਮ ਐਗਜ਼ਿਸਟ ਕਰਦੇ ਨੇ, ਮਿਊਜ਼ੀਅਮ ਨੂੰ ਤੁਸੀਂ ਨਹੀਂ ਢਾਉਂਦੇ, ਇਹ ਬਣੇ ਰਹਿੰਦੇ ਨੇ, it would open up many avenues of employment। ਠੀਕ ਹੈ, ਤਾਂ ਆ ਡੈਸ਼ ਤੇ ਉਹ ਚੀਜ਼ ਭਰ ਦੇਣੀ ਹੈ। ਠੀਕ ਹੈ, if education if government spend money on medical field, it would open up many avenues of employment। if government spend money on education field, ਜਿਹੜੀ ਵੀ ਫੀਲਡ ਦੇ ਉੱਤੇ, ਇਹ ਬਹੁਤ ਸਾਰੇ ਰਸਤੇ ਜਿਹੜੇ ਆ ਰਾਹ ਖੋਲੂਗੀ। ਠੀਕ ਹੈ, if government spend money to produce nuclear energy, it would open up many avenues of employment। ਠੀਕ ਹੈ, ਤਾਂ if museums exist, ਜੇ museum exist ਕਰਦੇ ਨੇ ਤਾਂ ਅੱਗੇ ਉਹ ਲਾਈਨ ਲਿਖ ਦੇਣੀ ਹੈ, it would open up। ਠੀਕ ਹੈ, ਓਕੇ, ਅੱਗੇ ਦੇਖੋ, if the government allow tourism, ਜੇ ਗਵਰਨਮੈਂਟ ਟੂਰਿਜ਼ਮ ਨੂੰ ਅਲਾਉ ਕਰਦੀ ਹੈ, it would open up many avenues of employment। ਪਿਛਲੀ ਲਾਈਨ ਲਾਈਕ ਜਿਹੜੀ ਹੈ ਉਹ ਸੇਲ ਰਹੂਗੀ। ਠੀਕ ਹੈ, ਹੇਲ ਐਂਡ ਹਾਰਟੀ ਈਡੀਅਮ ਨਹੀਂ ਹੈਗਾ, ਆਪਣੇ ਕਿਹੜੇ ਬੱਚੇ ਦਾ, ਪ੍ਰੀਤ ਦਾ ਕੁਐਸਚਨ। ਹੇਲ ਐਂਡ ਹਾਰਟੀ ਈਡੀਅਮ ਨਹੀਂ ਹੈਗਾ, ਹੇਲ ਐਂਡ ਹਾਰਟੀ ਇੱਕ ਫਰੇਜ਼ਲ ਵਰਬ ਆ, ਤਾਂ ਫਰੇਜ਼ਲ ਵਰਬ ਤੇ ਪ੍ਰੋਵਰਬਸ ਆਪਾਂ ਯੂਜ਼ ਕਰ ਸਕਦੇ ਹੁੰਦੇ ਆ। ਠੀਕ ਹੈ, ਓਕੇ। ਤਾਂ ਅੱਗੇ ਦੇਖੋ, ਜਿਵੇਂ ਹੁਣ ਤੁਸੀਂ ਕੋਈ ਚੀਜ਼ ਪਿੱਛੇ ਲਿਖ ਕੇ ਆਏ ਹੋ, ਪਿੱਛੇ ਕੋਈ ਇਸ ਤੋਂ ਪਿੱਛੇ ਕੋਈ ਤੁਹਾਡੀ ਸਟੋਰੀ ਚੱਲ ਰਹੀ ਹੈ, ਇਸ ਸੈਂਟੈਂਸ ਤੋਂ ਪਿੱਛੇ ਜਿਹੜਾ ਆ ਸੈਂਟੈਂਸ ਲਿਖਿਆ ਹੈ ਨਾ, ਉਹਨੂੰ ਮੈਂ ਲਿਖ ਰਿਹਾ ਕਿ ਦਿਸ ਸਟੈਪ, ਪਿੱਛੇ ਮੰਨ ਕੇ ਚਲੋ ਮੈਂ ਕੋਈ ਟੂਰਿਜ਼ਮ ਨੂੰ ਲੈ ਕੇ ਐਸੇ ਲਿਖ ਰਿਹਾ, ਜਾਂ ਮੈਂ ਕਿਸੇ ਵੀ ਇੱਕ ਪਾਰਟਿਕੂਲਰ ਟਾਈਪ ਨੂੰ ਲੈ ਕੇ ਐਸੇ ਲਿਖ ਰਿਹਾ, ਐਡਵਰਟਾਈਜ਼ਮੈਂਟ ਨੂੰ ਲੈ ਕੇ ਲਿਖ ਰਿਹਾ, ਜਾਂ ਜਿਹਦੇ ਵਿੱਚ ਲਾਈਕ ਇੰਪਲੋਇਮੈਂਟ ਮਿਲਣ ਦੇ ਚਾਂਸ ਨੇ, ਉਹਨੂੰ ਲੈ ਕੇ ਲਿਖ ਰਿਹਾ, ਤਾਂ ਮੈਂ ਉਹਦਾ ਰਿਜ਼ਲਟ ਕੱਢ ਦਿਆਂਗਾ ਕੌਨਸੀਕੁਐਂਟਲੀ this step could generate, could ਲਗਾ ਕੇ ਮਤਲਬ ਪੋਸਿਬਿਲਿਟੀ ਦਿਖਾ ਦੇਾਂਗੇ, could generate ample employment opportunities। ਹੁਣ ਕਈ ਬੱਚੇ ਕੀ ਕਰਦੇ ਨੇ, ample of ਲਿਖ ਦਿੰਦੇ ਨੇ, ample of ਰਾਜੇ ਨਹੀਂ ਆਉਣਾ, of ਨਾ ਪਾਇਆ ਕਰੋ। ਠੀਕ ਹੈ, ਤਾਂ this step ਮਤਲਬ ਜਿਹੜੀ ਪਿੱਛੇ ਗੱਲ ਹੋਈ ਹੈ, could generate ਕਰ ਸਕਦਾ, ਜਨਰੇਟ ਕੀ ਕਰ ਸਕਦਾ, ample ਮਤਲਬ ਕਾਫੀ ਸਾਰੇ, ਵਾਧੂ ਸਾਰੇ employment opportunities ਜਿਹੜੇ ਨੇ, ਉਹਨਾਂ ਨੂੰ ਇਹ ਸਟੈਪ ਜਨਰੇਟ ਕਰ ਸਕਦਾ, ਜੇ ਪਿੱਛੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਮੰਨ ਕੇ ਟੂਰਿਜ਼ਮ ਵਗੈਰਾ ਦੀ ਕਰ ਰਹੇ ਹੋ ਤਾਂ। ਠੀਕ ਹੈ, ਓਕੇ। ਅਗਲਾ ਦੇਖੋ, ਕਲਚਰ ਦੇ ਉੱਪਰ, ਜਿਵੇਂ ਆਪਾਂ ਥੋੜੇ ਦਿਨ ਪਹਿਲਾਂ ਇੱਕ ਕਲਚਰ ਦੇ ਉੱਪਰ ਟਾਸਕ ਕੀਤਾ ਸੀਗਾ। ਠੀਕ ਹੈ, ਓਕੇ। ਤਾਂ ਹੁਣ ਮੰਨ ਕੇ ਚੱਲੋ, ਪਿੱਛੇ ਇਹਦੇ ਵੀ ਪਿੱਛੇ ਤੁਸੀਂ ਕੋਈ ਸੈਂਟੈਂਸ ਲਿਖ ਕੇ ਆ ਰਹੇ ਹੋ, ਮੰਨ ਕੇ ਚਲੋ ਗਵਰਨਮੈਂਟ ਟੂਰਿਜ਼ਮ ਨੂੰ ਅਲਾਉ ਕਰਦੀ ਹੈ, ਟੂਰਿਜ਼ਮ ਆ ਕੇ ਇੱਥੇ ਗੰਦ ਪਾਉਂਦਾ ਹੈ, ਕੋਈ ਆਪਣੇ ਲਾਈਕ ਬੀਚ ਵਗੈਰਾ ਤੇ ਘੁੰਮਦਾ, ਉੱਥੇ ਸਿਗਰਟਸ ਦੇ ਫਿਲਟਰ ਸਿੱਟ ਦਿੰਦੇ ਆ, ਕੋਈ ਪੈਕਟ ਸਿੱਟ ਦਿੰਦੇ ਆ, ਰੈਪਰ ਸਿੱਟ ਦਿੰਦੇ ਆ, ਉਹ ਲਾਈਕ ਮਰੀਨ ਲਾਈਫ ਨਿਕਲ ਜਾਂਦੀ ਹੈ। ਠੀਕ ਹੈ,
ਤੇ ਜਦੋਂ ਉਹ ਨਿਕਲ ਜਾਂਦੀ ਹੈ ਤਾਂ ਉਹ ਲਾਈਕ ਮਰੀਨ ਲਾਈਫ ਦੀ ਡੈਥ ਹੋਣ ਲੱਗ ਜਾਂਦੀ ਹੈ, ਠੀਕ ਹੈ। ਜਾਂ ਕੁਛ ਐਸੇ ਉਹ ਬਾਹਰੋਂ ਪ੍ਰੋਡਕਟ ਲੈ ਕੇ ਆਉਂਦੇ ਨੇ ਜਿਹੜੇ ਲਾਈਕ ਮਰੀਨ ਲਾਈਫ ਬੀਅਰੇਬਲ ਨਹੀਂ ਹੈਗੇ। ਬੀਅਰੇਬਲ ਮਤਲਬ ਸਹਿਣ ਨਹੀਂ ਕਰ ਸਕਦੀ ਮਰੀਨ ਲਾਈਫ, ਮਛਲੀਆਂ ਵਗੈਰਾ ਉਹ ਚੀਜ਼ ਨੂੰ ਸਹਿਣ ਨਹੀਂ ਕਰ ਸਕਦੀਆਂ, ਉਹ ਗਲਤੀ ਨਾਲ ਨਿਕਲ ਜਾਂਦੀਆਂ ਨੇ, ਉਹਦੇ ਨਾਲ ਮਰ ਜਾਂਦੇ ਨੇ। ਤੇ ਉਹਦੇ ਲਈ ਤੁਸੀਂ ਕੀ ਸੈਂਟੈਂਸ ਯੂਜ਼ ਕਰ ਸਕਦੇ ਹੋ? ਇਟ ਵਿਲ ਵਿਟੀਏਟ ਦੀ ਇੰਡੀਜੀਨੀਅਸ ਕਲਚਰ, ਠੀਕ ਹੈ। ਤਾਂ ਲਾਈਕ ਇੰਡੀਜੀਨੀਅਸ, ਹੋਰ ਲਾਈਕ ਇਹਦੇ ਤੁਸੀਂ ਕੁਝ ਯੂਜ਼ ਕਰ ਸਕਦੇ ਹੋ ਵੀ ਜਿਹੜਾ ਬਾਹਰਲਾ ਟੂਰਿਜ਼ਮ ਆਉਂਦਾ ਹੈਗਾ ਉਹ ਲਾਈਕ ਆਪਣਾ ਹੀ ਟ੍ਰੈਂਡ ਲੈ ਕੇ ਆਉਂਦਾ, ਆਪਣੇ ਪਹਿਰਾਵਾ ਲੈ ਕੇ ਆਉਂਦਾ, ਤੇ ਉਹਨੂੰ ਲੈ ਕੇ ਲਾਈਕ ਜਿਹੜਾ ਇੰਡੀਜੀਨੀਅਸ ਕਲਚਰ ਹੈ ਉਹ ਸਾਡਾ ਬਰਬਾਦ ਹੋ ਸਕਦਾ ਹੈ। ਇੰਡੀਜੀਨੀਅਸ ਕਿਹੜਾ ਹੁੰਦਾ? ਜਿਹੜਾ ਆਪਣਾ ਹੁੰਦਾ, ਦੇਸੀ ਹੁੰਦਾ, ਠੀਕ ਹੈ। ਇੱਕ ਹੁੰਦਾ ਓਸੀਡੈਂਟਲ, ਮੇ ਵੀ ਇੱਥੇ ਲਿਖਿਆ ਹੋਵੇ, ਆ ਰਿਹਾ। ਓਸੀਡੈਂਟਲ ਹੁੰਦਾ ਵੈਸਟਰਨ ਕਲਚਰ ਤੇ ਇੰਡੀਜੀਨੀਅਸ ਹੁੰਦਾ ਆਪਣਾ ਦੇਸੀ, ਠੀਕ ਹੈ। ਤਾਂ ਅਲਾਉਇੰਗ ਅੱਗੇ ਜੈਰੰਡ ਦੇ ਵਿੱਚ ਫਿਰ ਬਣਾਏਗਾ, ਅਲਾਉਇੰਗ ਐਕਸੈਸਿਵ ਟੂਰਿਸਟ ਵਿਲ ਵਿਟੀਏਟ ਦੀ ਇੰਡੀਜੀਨੀਅਸ ਕਲਚਰ, ਠੀਕ ਹੈ। ਜੇ ਜ਼ਿਆਦਾ ਐਕਸੈਸਿਵ ਟੂਰਿਸਟ ਨੂੰ ਅਸੀਂ ਅਲਾਉ ਕਰਾਂਗੇ, ਵਿਲ ਕਰਾਂਗੇ, ਠੀਕ ਹੈ, ਤਾਂ ਇਹ ਕੀ ਹੋਗਾ? ਇੰਡੀਜੀਨੀਅਸ ਕਲਚਰ ਨੂੰ ਖਰਾਬ ਕਰੇਗਾ, ਵਿਟੀਏਟ ਕਰ ਦੇਗਾ, ਠੀਕ ਹੈ। ਮੈਨੀ ਟਾਈਮਸ ਕੌਮਾ ਟੂਰਿਜ਼ਮ ਇਰੋਡਸ ਦੀ ਇੰਡੀਜੀਨੀਅਸ ਕਲਚਰ, ਇਹਦਾ ਵੀ ਮੀਨਿੰਗ ਸੇਮ ਹੀ ਹੁੰਦਾ, ਬਰਬਾਦ ਕਰਨਾ, ਠੀਕ ਹੈ। ਮਤਲਬ ਕਹਿਣ ਦਾ ਕੀ ਹੈ ਮੇਰੇ, ਕਿ ਤੁਸੀਂ ਚਾਹੇ ਤਾਂ ਆ ਲਾਈਨ ਯਾਦ ਕਰ ਲਓ, ਚਾਹੇ ਆ ਯਾਦ ਕਰ ਲਓ, ਬਸ ਕੁੱਲ ਮਿਲਾ ਕੇ ਆਪਾਂ ਇੱਕ ਵਿਟੀਏਟ ਵਰਡ ਅੱਛਾ, ਇਹਦੇ ਵਿੱਚ ਇੱਕ ਇੰਡੀਜੀਨੀਅਸ ਕਲਚਰ ਬਣੀ ਬਣਾਈ ਕੋਲੋਕੇਸ਼ਨ ਆ, ਇਹ ਤੁਸੀਂ ਲਗਾ ਸਕਦੇ ਹੋ, ਠੀਕ ਹੈ। ਜਿੱਥੇ ਆਪਾਂ ਲਿਖਦੇ ਹਾਂ ਵੀ ਲੋਕਲ ਕਲਚਰ ਨੂੰ ਹਾਰਮ ਕਰਦੇ ਨੇ, ਨੇਟਿਵ ਕਲਚਰ ਨੂੰ ਹਾਰਮ ਕਰਦੇ ਨੇ, ਇਹ ਵਰਡਸ ਤੁਸੀਂ ਯੂਜ਼ ਕਰ ਸਕਦੇ ਹੋ, ਠੀਕ ਹੈ। ਓਕੇ, ਅੱਗੇ ਦੇਖੋ, ਨਾਊਅਡੇਜ਼ ਮੈਨੀ ਪੀਪਲ ਆਰ ਫਾਲੋਇੰਗ ਓਸੀਡੈਂਟਲ ਕਲਚਰ। ਓਸੀਡੈਂਟਲ ਮਤਲਬ ਵੈਸਟਰਨ, ਠੀਕ ਹੈ। ਹੁਣ ਇਦਾਂ ਨਾਲ ਬ੍ਰੈਕਟ 'ਚ ਵੈਸਟਰਨ ਪਾ ਨਹੀਂ ਦੇਣਾ, ਇਹ ਤਾਂ ਜਸਟ ਤੁਹਾਨੂੰ ਯਾਦ ਕਰਵਾਉਣ ਵਾਸਤੇ ਇੱਥੇ ਲਿਖਿਆ ਹੋਇਆ, ਠੀਕ ਹੈ। ਤਾਂ ਅੱਜ ਕੱਲ ਬਹੁਤ ਸਾਰੇ ਲੋਕ ਨੇ ਜਿਹੜੇ ਫੋਲੋ ਕਰਦੇ ਨੇ ਓਸੀਡੈਂਟਲ ਕਲਚਰ ਨੂੰ। ਜਿਵੇਂ ਆਪਾਂ ਥੋੜੇ ਦਿਨ ਪਹਿਲਾਂ ਇੱਕ ਆਨਲਾਈਨ ਸ਼ਾਪਿੰਗ ਵਾਲਾ ਕੀਤਾ ਸੀਗਾ, ਠੀਕ ਹੈ। ਤਾਂ ਉਹਦੇ 'ਚ ਤੁਸੀਂ ਇਹ ਲਾਈਨ ਲਿਖ ਸਕਦੇ ਹੋ ਕਿ ਆਪਣਾ ਪੁਆਇੰਟ ਬਣਾ ਕੇ ਕਿ people are okay, people show avid interest to follow occidental culture, this is because ਅੱਗੇ ਕਰਕੇ ਕੁਝ ਵੀ ਲਿਖ ਦੋ। ਜਦੋਂ YouTube ਤੇ ਦੇਖਦੇ ਨੇ ਜਾਂ ਲਾਈਵ ਦੇਖਦੇ ਨੇ, ਉਹ ਦੇਖਦੇ ਨੇ ਉਹਨਾਂ ਦੀ ਡਰੈਸਿੰਗ ਸੈਂਸ ਇਮੀਟੇਟ ਕਰਦੇ ਨੇ ਤਾਂ ਆਪਣਾ ਪਹਿਰਾਵਾ ਪਾਉਣਾ ਛੱਡ ਦਿੰਦੇ ਨੇ, ਕਿਤੇ ਨਾ ਕਿਤੇ ਫਿਰ ਹੌਲੀ ਹੌਲੀ ਫਾਰ ਹੋ ਜਾਂਦੇ ਨੇ ਉਸ ਚੀਜ਼ ਤੋਂ, ਠੀਕ। ਓਕੇ, ਇੱਥੋਂ ਤੱਕ ਕਲੀਅਰ ਹੋ ਗਏ ਸੈਂਟੈਂਸ? ਸਰ ਵਿਟੀਏਟ ਰਿਪੀਟ ਕਰਿਓ ਇੱਕ ਵਾਰ। ਕਿਹੜਾ ਜੀ? ਵਿਟੀਏਟ। ਵਿਟੀਏਟ ਹੁੰਦਾ ਆ, ਦੇਖੋ ਤੁਹਾਨੂੰ ਇਹਦਾ ਹੋਰ ਡਿਟੇਲ ਦੇ ਵਿੱਚ ਦਿਖਾ ਦਿੰਦਾ। ਸਪੋਇਲ ਕਰਨਾ ਕਿਸੇ ਚੀਜ਼ ਨੂੰ, ਇੰਪੇਅਰ ਕਰਨਾ, ਲਾਈਕ ਇੰਪੇਅਰਮੈਂਟ ਹੋ ਜਾਣੀ, ਕਿਸੇ ਚੀਜ਼ ਦੀ ਕਮੀ ਹੋ ਜਾਣੀ, ਠੀਕ ਹੈ। ਦੂਸ਼ਿਤ ਕਰਨਾ, ਠੀਕ ਹੈ, ਵਿਕ੍ਰਿਤ ਕਰਨਾ, ਓਕੇ, ਹਿੰਦੀ ਦੇ ਵਿੱਚ ਰੱਦ ਕਰਨਾ। ਵਿਟੀਏਟ ਲਾਈਕ ਕਿਸੇ ਚੀਜ਼ ਨੂੰ ਘੱਟ ਕਰਨਾ, ਠੀਕ ਹੈ, ਇੰਪੇਅਰ ਕਰ ਦੇਣਾ। ਤਾਂ ਉਦਾਂ ਇਹ ਸੈਂਟੈਂਸ ਬਣੇਗਾ ਕਿ ਇਟ ਵਿਲ ਵਿਟੀਏਟ ਦੀ ਇੰਡੀਜੀਨੀਅਸ ਕਲਚਰ, ਮਤਲਬ ਜਿਹੜਾ ਸਾਡਾ ਆਪਦਾ ਦੇਸੀ ਕਲਚਰ ਹੈ ਨਾ, ਉਹਨੂੰ ਇਹ ਚੀਜ਼ ਘੱਟ ਕਰ ਦੂਗੀ, ਇੰਪੇਅਰ ਕਰ ਦੂਗੀ, ਠੀਕ ਹੈ। ਤਾਂ ਜੇ ਟੂਰਿਜ਼ਮ ਨੂੰ ਜ਼ਿਆਦਾ ਟੂਰਿਸਟ ਨੂੰ ਆਪਾਂ ਅਲਾਉ ਕਰਦੇ ਹਾਂ ਵੀ ਆ ਜਾਓ, ਹੁਣ ਉਹਨਾਂ ਨੂੰ ਪਤਾ ਥੋੜੀ ਹੈ ਵੀ ਇਸ ਦੇਸ਼ ਦੇ ਰੂਲ ਕੀ ਨੇ। ਜਿੰਨੇ ਕੁ ਆਉਂਦੇ ਨੇ ਉਹ ਆਪਦੇ ਦਮ ਤੇ ਆਉਂਦੇ ਨੇ, ਪੜ ਕੇ ਆਉਂਦੇ ਨੇ। ਜੇ ਵੈਸੇ ਫ੍ਰੀ ਕਰ ਦਿੱਤਾ ਜਾਵੇ ਤਾਂ ਬਹੁਤ ਸਾਰੇ ਆ ਜਾਣਗੇ, ਫਿਰ ਕੰਮ ਖਰਾਬ ਹੋ ਜਾਊਗਾ, ਠੀਕ ਹੈ। ਓਕੇ, ਅੱਗੇ ਚੱਲਦੇ ਆ, ਟ੍ਰੈਫਿਕ ਦੇ ਉੱਪਰ ਹੋਰ ਆ ਜਾਓ। ਤਾਂ ਟ੍ਰੈਫਿਕ ਪ੍ਰੋਬਲਮਸ, ਦੀ ਪ੍ਰੋਬਲਮ ਆਫ ਟ੍ਰੈਫਿਕ ਜੈਮ ਇਜ਼ ਇਨਕਰੀਜ਼ਿੰਗ ਡੇ ਬਾਈ ਡੇ, ਆਪਾਂ ਉੱਪਰ ਕਰਕੇ ਆਏ, ਠੀਕ ਹੈ। ਤਾਂ ਦੀ ਨੰਬਰ ਆਫ ਵਹੀਕਲਸ that play, PLY, ਮੈਂ ਵਾਰ-ਵਾਰ ਹੁਣ ਤੁਹਾਨੂੰ ਰਿਪੀਟ ਕਰਕੇ ਕਹਿੰਦਾ ਵੀ PLY ਹੀ ਪਾਉਣਾ ਹੈ, ਵਿੱਚ A ਨਹੀਂ ਪਾ ਦੇਣੀ। ਇਹਦਾ ਮਤਲਬ ਹੁੰਦਾ ਵੀ ਜਿਹੜੇ ਰੋਡ ਤੇ ਚੱਲਦੇ ਨੇ, ਠੀਕ ਹੈ। the number of vehicles that play on the road is increasing with each passing day। ਹੁਣ ਆਪਾਂ ਨੂੰ ਕਿੰਨੇ ਹੀ ਐਸੇ ਵਗੈਰਾ ਐਸੇ ਆ ਜਾਂਦੇ ਨੇ ਜਿਹੜੇ ਕਿਸ ਚੀਜ਼ ਦੇ ਉੱਤੇ ਹੁੰਦੇ ਨੇ? ਟ੍ਰੈਫਿਕ ਵਗੈਰਾ ਦੇ ਉੱਤੇ ਹੁੰਦੇ ਨੇ, ਠੀਕ ਹੈ। ਤਾਂ ਜਿਹੜੇ ਨੰਬਰ ਆਫ ਵਹੀਕਲਸ ਨੇ ਹਰੇਕ ਵੱਧਦੇ ਦਿਨ ਦੇ ਨਾਲ, ਈਚ ਪਾਸਿੰਗ ਡੇ ਦੇ ਨਾਲ ਇਨਕਰੀਜ਼ ਹੋ ਰਹੇ ਨੇ, ਜਿਹੜੇ ਰੋਡ ਵਗੈਰਾ ਤੇ ਚੱਲਦੇ ਨੇ, ਠੀਕ ਹੈ। ਓਕੇ ਓਕੇ, ਅੱਗੇ ਦੇਖੋ, with a considerable rise in the number of vehicles
the problem of traffic congestion is intensifying day by day। intensifying ਦਾ ਮਤਲਬ ਹੀ ਹੁੰਦਾ ਹੈ ਵਾਧਾ ਹੋਣਾ, ਠੀਕ ਹੈ। ਤਾਂ with a considerable rise, ਠੀਕ ਹੈ, ਲਾਈਕ ਇੱਕ ਰੈਗੂਲਰ ਇੱਕ ਜਿਹੜਾ ਕੰਟੀਨਿਊ ਰਾਈਜ਼ ਹੈ ਉਹਦੇ ਕਰਕੇ ਜਿਹੜੇ ਨੰਬਰ ਆਫ ਵਹੀਕਲਸ ਨੇ ਉਹਨਾਂ ਦੇ ਕਰਕੇ ਜਿਹੜੀਆਂ ਪ੍ਰੋਬਲਮਸ ਨੇ ਟ੍ਰੈਫਿਕ ਕੰਜੈਸ਼ਨ ਦੀਆਂ। ਟ੍ਰੈਫਿਕ ਕੰਜੈਸ਼ਨ ਵੀ ਹੁੰਦਾ ਭੀੜ ਭੜੱਕਾ, ਠੀਕ ਹੈ, ਉਹੀ ਟ੍ਰੈਫਿਕ ਸਨੈਰਲ ਦਾ ਹੀ ਕਹਿ ਲਓ ਇੱਕ ਸਿਨੋਨਿਮ ਹੈ। is intensifying day by day, ਕਿ ਇਹ ਵੀ ਦਿਨੋਂ ਦਿਨ ਜਿਹੜੀਆਂ ਨੇ ਵੱਧ ਰਹੀਆਂ ਨੇ। ਜਦੋਂ ਤੁਸੀਂ ਵਿਦ ਦੇ ਨਾਲ ਸੈਂਟੈਂਸ ਸਟਾਰਟ ਕਰਨਾ ਹੈ, ਹੁਣ ਇੱਕ ਗੱਲ ਫਿਰ ਇੱਥੇ ਧਿਆਨ ਨਾਲ ਸੁਣਿਓ ਕਿ ਬਹੁਤ ਸਾਰੇ ਕਨੈਕਟਰ ਐਸੇ ਨੇ ਜਿਹੜੇ ਸੈਂਟੈਂਸ ਪੂਰਾ ਹੋਣ ਤੋਂ ਬਾਅਦ ਕੌਮਾ ਲੈਂਦੇ ਨੇ। ਤੁਸੀਂ ਕੀ ਕਰਦੇ ਹੋ, ਇੱਥੇ ਜਿਵੇਂ ਹੁਣ ਆਲਦੋ ਪਾਇਆ ਇੱਥੇ ਨਾਲ ਕੌਮਾ ਪਾ ਦਿੰਦੇ ਹੋ, ਸਿੰਸ ਪਾਇਆ ਇੱਥੇ ਨਾਲ ਕੌਮਾ ਪਾ ਦਿੰਦੇ ਹੋ, ਬਿਕੋਜ਼ ਐਜ਼ ਇੱਥੇ ਨਾਲ ਕੌਮਾ ਪਾ ਦਿੰਦੇ ਹੋ ਕਈ ਬੱਚੇ। ਉਹ ਨਹੀਂ ਕਰਨਾ, ਠੀਕ ਹੈ, ਉਹ ਗਲਤ ਹੁੰਦਾ ਹੈਗਾ। ਉਹ ਆਪਣਾ ਇੱਕ ਸੈਂਟੈਂਸ ਪੂਰਾ ਹੋਣ ਤੋਂ ਬਾਅਦ, ਇਹਨਾਂ ਨੂੰ ਸਬੋਰਡੀਨੇਟ ਕੰਜੰਕਸ਼ਨਸ ਕਹਿੰਦੇ ਨੇ, ਠੀਕ ਹੈ। ਉਹ ਆਪਣਾ ਇੱਕ ਸੈਂਟੈਂਸ ਪੂਰਾ ਹੋਣ ਤੋਂ ਬਾਅਦ ਦੂਜੀ ਗੱਲ ਲੈਂਦੇ ਨੇ ਨਾਲ, ਠੀਕ ਹੈ। ਓਕੇ, ਅੱਗੇ ਦੇਖੋ owing to, ਆ ਵੀ ਦੇਖੋ ਹੁਣ ਸਬੋਰਡੀਨੇਟ ਕੰਜੰਕਸ਼ਨ ਹੈ, ਇਹ ਵੀ ਕੌਮਾ ਲੈ ਰਹੀ ਹੈ ਪਰ ਆਪਦਾ ਸੈਂਟੈਂਸ ਇੱਕ ਪਾਸਾ ਪੂਰਾ ਹੋਣ ਤੋਂ ਬਾਅਦ। owing to huge rise in vehicles, ਕਿ ਵਹੀਕਲਸ ਦੇ ਵਿੱਚ ਇੱਕ ਵੱਡਾ ਵਾਧਾ ਹੋਣ ਦੇ ਕਰਕੇ, owing to ਦਾ ਮਤਲਬ ਹੁੰਦਾ ਦੇ ਕਰਕੇ, ਠੀਕ ਹੈ। ਟ੍ਰੈਫਿਕ ਸਨੈਰਲਸ ਆਰ ਔਨ ਦੀ ਰਾਈਜ਼। ਹੁਣ ਦੇਖੋ ਟ੍ਰੈਫਿਕ ਸਨੈਰਲਸ, ਠੀਕ ਹੈ, ਕਿ ਜਿਹੜੀ ਭੀੜ ਭੜੱਕਾ ਆ, ਟ੍ਰੈਫਿਕ ਜਾਮ ਜਿਹੜਾ ਆ ਉਹ ਭਾਈ ਔਨ ਦੀ ਰਾਈਜ਼ ਹੈ, ਲਾਈਕ ਪੂਰਾ ਵਾਧੇ ਦੀ ਤਾਦਾਰ ਤੇ ਹੈ, ਠੀਕ ਹੈ। ਹੁਣ ਦੇਖੋ ਆ ਤਾਂ ਚਲੋ ਇੱਕ ਵੈਸੇ ਐਗਜ਼ਾਮਪਲ ਦਿੱਤੀ ਸੀ, ਉਦੋਂ ਪਤਾ ਨਹੀਂ ਕੀ ਗੱਲ ਅਸੀਂ ਕਰ ਰਹੇ ਸੀਗੇ ਉਸ ਹਿਸਾਬ ਨਾਲ, ਠੀਕ ਹੈ, ਮਾਰਨਿੰਗ ਜਦੋਂ ਮੈਂ ਜੀਟੀ ਨੂੰ ਕਰਵਾ ਰਿਹਾ ਸੀਗਾ। ਓਕੇ, ਅੱਗੇ ਦੇਖੋ এনवायरमेंट ਦੇ ਉੱਪਰ, ਠੀਕ ਹੈ। ਤਾਂ এনवायरमेंट ਦੇ ਉੱਪਰ ਵੀ ਤਾਂ ਆਪਣੇ ਕਿੰਨੇ ਐਸੇਜ਼ ਹੈਗੇ ਨੇ, ਠੀਕ ਹੈ। ਤਾਂ ਵਹੀਕਲ degrade the environment by pumping out obnoxious gases into the air। ਤਾਂ ਇਸ ਲਾਈਨ ਦਾ ਕੀ ਮਤਲਬ ਬਣ ਗਿਆ ਕਿ ਜਿਹੜੇ ਵਹੀਕਲ ਨੇ ਡੀਗ੍ਰੇਡ ਕਰ ਰਹੇ ਨੇ ਆਪਣੇ এনवायरमेंट ਨੂੰ, ਲਾਈਕ ਖਰਾਬ ਕਰ ਰਹੇ ਨੇ ਬਾਏ ਪੰਪਿੰਗ। ਬਾਏ ਜਦੋਂ ਸੈਂਟੈਂਸ ਦੇ ਵਿਚਾਲੇ ਆਉਂਦਾ ਉਸ ਤੋਂ ਬਾਅਦ ਜਦੋਂ ਵਰਬ ਦੀ ਫਾਰਮ ਆਉਂਦੀ ਹੈ ਤਾਂ ਆਈਐਨਜੀ ਵਾਲੀ ਹੀ ਆਉਂਦੀ ਹੈ, ਇਹ ਵੀ ਗੱਲ ਯਾਦ ਹੀ ਰੱਖ ਲਓ, ਠੀਕ ਹੈ। ਜਿਵੇਂ ਮੈਂ ਕਹਿ ਦਿਆਂ he had gone by saying that I will not come again, ਉਹ ਚਲਾ ਗਿਆ ਇਹ ਕਹਿ ਕੇ ਕਿ ਮੈਂ ਦੁਬਾਰਾ ਕਦੇ ਨਹੀਂ ਆਉਣਾ, ਠੀਕ ਹੈ। ਤਾਂ ਵਹੀਕਲਸ ਡੀਗ੍ਰੇਡ ਦੀ এনवायरमेंट ਬਾय ਪੰਪਿੰਗ, ਆਈਐਨਜੀ ਵਾਲੀ ਫਾਰਮ ਆ ਗਈ ਨਾ, ਬਾय ਪੰਪਿੰਗ ਆਊਟ obnoxious gases into the air, ਠੀਕ ਹੈ। ਤਾਂ ਵਹੀਕਲ ਜਿਹੜੇ ਨੇ এনवायरमेंट ਨੂੰ ਡੀਗ੍ਰੇਡ ਕਰ ਰਹੇ ਨੇ ਗੈਸਾਂ ਨੂੰ ਪੰਪ ਕਰ ਕਰਕੇ, ਲਾਈਕ ਜਦੋਂ ਵਹੀਕਲ ਚੱਲਦੇ ਨੇ, ਜਿਵੇਂ ਹੁਣ ਕਾਰਾਂ ਹੁੰਦੀਆਂ ਨੇ ਵੱਡੇ ਇੰਜਨ ਨੇ, ਠੀਕ ਹੈ, ਤਾਂ ਜ਼ਿਆਦਾ ਗੈਸ ਵਗੈਰਾ ਕਾਰਬਨ ਡਾਈਆਕਸਾਈਡ ਜਿਹੜੀ ਬੋਲੋ ਆਕਸਾਈਡ ਵਗੈਰਾ ਜਿਹੜੀ ਆਉਂਦੀ ਹੈ, ਠੀਕ ਹੈ, ਅੰਦਰੋਂ ਇੰਜਨਸ ਦੇ ਉਹ ਜ਼ਿਆਦਾ ਆਉਂਦੀ ਹੈ, ਠੀਕ ਹੈ। ਅੱਗੇ ਦੇਖੋ ਅਗਲਾ ਸੈਂਟੈਂਸ ਵੀ ਮੀਨਿੰਗ ਸੇਮ ਹੈ। ਵਹੀਕਲਸ ਸਪਿਊ obnoxious gases which cause environmental degradation, ਠੀਕ ਹੈ। ਵਹੀਕਲ ਲਾਈਕ ਛੱਡਦੇ ਨੇ, ਸਪਿਊ ਹੁੰਦਾ ਛੱਡਣਾ, ਠੀਕ ਹੈ, ਕਿ ਵਹੀਕਲ obnoxious mean toxic, yes, ਹਾਂਜੀ ਪ੍ਰੀਤੀ ਥੇ toxic। vehicles spew obnoxious gases like ਜ਼ਹਿਰੀਲੀਆਂ, ਠੀਕ ਹੈ, gases which cause environmental degradation, ਠੀਕ ਹੈ। ਹੁਣ ਦੇਖੋ ਆਪਾਂ ਨੂੰ ਆ ਜਾਂਦਾ ਵੀ এনवायरमेंट ਦੀਆਂ ਕੀ ਪ੍ਰੋਬਲਮਸ ਨੇ, ਕੀ ਕਾਰਨ ਹੈ ਕਿ এনवायरमेंट ਖਰਾਬ ਹੋ ਰਿਹਾ ਹੈ। ਤਾਂ ਲਿਖੋ ਵੀ ਕਿਵੇਂ ਲਿਖੋਗੇ, owing to huge rise in environment, ਠੀਕ ਹੈ, ਇੱਥੇ ਕਰ ਦੋ environment the detrimental the condition of environment is on the rise, ਠੀਕ ਹੈ। ਤਾਂ ਇੱਥੇ ਉਹ word ਵਾਲਾ ਚੇਂਜ ਕਰ ਦੇਣਾ, owing to huge rise in vehicles the condition of environment is the bad condition of environment is on the rise, ਠੀਕ ਹੈ। ਤਾਂ vehicles spew obnoxious gases which cause environmental degradation। ਅਗਲਾ sentence ਦੇਖੋ, vehicle cause obnoxious emission which deteriorate the environment। vehicle ਕਾਰਨ ਨੇ ਕਾਹਦਾ, obnoxious emission ਦਾ। emission ਕੀ ਹੁੰਦਾ, ਇੱਕ ਧੂਆਂ, ਇੱਕ ਸਾਇਲੈਂਸਰ ਦੇ ਵਿੱਚੋਂ ਧੂਆਂ ਦਾ ਨਿਕਲਣਾ, ਉਹ ਨਿਕਲਣ ਵਾਲੇ ਪ੍ਰੋਸੈਸ ਨੂੰ emission ਕਹਿੰਦੇ ਨੇ, ਠੀਕ ਹੈ। ਪੈਸਿਵ ਚ ਯੂਜ਼ ਕਰੋਗੇ ਤਾਂ emitted ਬਣ ਜਾਂਦਾ ਹੈ, ਐਕਟਿਵ ਦੇ ਵਿੱਚ ਯੂਜ਼ ਕਰੋਗੇ ਵਰਬ ਦੇ ਤੌਰ ਤੇ ਤਾਂ emit ਬਣ ਜਾਊਗਾ, ਠੀਕ ਹੈ। ਕੰਟੀਨਿਊਸ ਯੂਜ਼ ਕਰੋਗੇ emitting ਬਣ ਜਾਊਗਾ, ਠੀਕ ਹੈ। ਤਾਂ vehicle cause obnoxious emission which deteriorate the environment। ਇੱਥੋਂ ਤੱਕ ਕਲੀਅਰ ਸਭ ਨੂੰ ਸੈਂਟੈਂਸ? ਹਾਂਜੀ, ਕਿਸੇ ਨੂੰ ਇੱਥੋਂ ਤੱਕ ਕੋਈ ਡਾਊਟ ਤਾਂ ਪਲੀਜ਼ ਪੁੱਛ ਲਓ, ਚੈਟ ਬਾਕਸ ਤੇ ਦੱਸ ਸਕਦੇ ਹੋ। ਹਾਂਜੀ ਕਲੀਅਰ ਜੀ, ਓਕੇ। ਬਾਕੀ ਬੱਚਿਆਂ ਨੂੰ ਕਲੀਅਰ ਹੈ ਜੀ? ਜਸਕੀਰਤ ਕਲੀਅਰ ਸਰ, ਓਕੇ ਓਕੇ ਜੀ।
ਅੱਗੇ ਆ ਗਿਆ ਜੀ ਗ੍ਰੋਥ, ਗ੍ਰੋਥ ਦੇ ਉੱਪਰ, ਠੀਕ ਹੈ। this step would impede the holistic growth of children, ਠੀਕ ਹੈ। impede ਹੁੰਦਾ ਰੁਕਾਵਟ, ਠੀਕ ਹੈ। ਤਾਂ ਮੰਨ ਕੇ ਚੱਲੋ ਜਿਵੇਂ ਤੁਸੀਂ ਪਿੱਛੇ ਕੋਈ ਗੱਲ ਲਿਖਦੇ ਆ ਰਹੇ ਹੋ, ਇਸ ਜਿਹੜੇ ਵੀ ਸੈਂਟੈਂਸ ਇਦਾਂ ਬਣੇ ਹੋਏ ਨੇ ਨਾ, this step, ਇਹਦਾ ਮਤਲਬ ਪਿੱਛੇ ਕੋਈ ਗੱਲ ਟਾਸਕ ਤੇ ਚੱਲ ਰਹੀ ਹੈ, ਇਹ ਤਾਂ ਬਣੇ ਹੋਏ ਨੇ, ਠੀਕ ਹੈ। ਜਾਂ ਫਿਰ this step ਦੀ ਜਗ੍ਹਾ ਤੁਸੀਂ ਉਹ ਚੀਜ਼ ਲਿਖ ਸਕਦੇ ਹੋ ਕਿ vulgar movies would impede the holistic growth of children, ਕਿ ਜਿਹੜੇ ਵਲਗਰ ਲਾਈਕ ਖਰਾਬ ਮੂਵੀਜ਼ ਨੇ, ਜਿਨ੍ਹਾਂ ਦੇ ਵਿੱਚ ਬੈਡ ਸੀਨਸ ਨੇ, ਉਹ ਕਰਨਗੀਆਂ ਹੋਲਿਸਟਿਕ, ਮਤਲਬ ਸੰਪੂਰਨ ਗਰੋਥ ਜਿਹੜੀ ਇੱਕ ਬੱਚੇ ਦੀ, ਉਹਨੂੰ ਰੋਕਣਗੀਆਂ। ਇੰਪੀਡ ਹੁੰਦਾ ਰੁਕਾਵਟ ਬਣਨਾ, ਠੀਕ ਹੈ। ਤਾਂ ਅਗਲਾ ਸੈਂਟੈਂਸ ਦੇਖੋ, ਜਿਵੇਂ ਐਡਵਰਟਾਈਜ਼ਮੈਂਟਸ ਕਾਸਟ ਅ ਪ੍ਰੋਫਾਊਂਡ ਇੰਪੈਕਟ which becomes the cause of impeding the holistic growth of children, ਕਿ ਐਡਵਰਟਾਈਜ਼ਮੈਂਟ ਜਿਹੜੀਆਂ ਨੇ ਉਹ ਭਾਈ ਡੂੰਘਾ ਪ੍ਰਭਾਵ ਪਾਉਂਦੀਆਂ ਨੇ ਤੇ ਬਾਅਦ ਦੇ ਵਿੱਚ ਕਾਰਨ ਬਣਦੀਆਂ ਨੇ ਇੱਕ ਬੱਚੇ ਦੀ ਸੰਪੂਰਨ ਗਰੋਥ ਨੂੰ ਰੋਕਣ ਦਾ, ਗਰੋਥ, ਠੀਕ ਹੈ। ਓਕੇ, ਅੱਗੇ ਚਲੋ। ਔਨ ਦੀ ਵੇਨ, ਔਨ ਦੀ ਵੇਨ ਦਾ ਮਤਲਬ ਹੁੰਦਾ ਲਾਈਕ ਕਿ ਕਿਸੇ ਚੀਜ਼ ਦੀ ਮਹੱਤਤਾ ਘਟਣੀ, ਠੀਕ ਹੈ। ਕਿਸੇ ਚੀਜ਼ ਦੀ ਮਹੱਤਤਾ ਜਿਹੜੀ ਹੈ ਉਹ ਘਟਣੀ, ਜਿਵੇਂ ਆਪਾਂ ਕਹਿ ਦਈਏ ਕੋਈ ਐਗਜ਼ਾਮਪਲ, ਚਲੋ ਆ ਲਿਖੀ ਪਈ ਐਗਜ਼ਾਮਪਲ, ਦੀ ਪੋਪੂਲੈਰਿਟੀ ਆਫ ਰੇਡੀਓ ਇਜ਼ ਔਨ ਦੀ ਵੇਨ, ਮਤਲਬ ਕਿ ਪੋਪੂਲੈਰਿਟੀ ਜਿਹੜੀ ਰੇਡੀਓ ਦੀ ਹੈ ਉਹ ਹੁਣ ਔਨ ਦੀ ਵੇਨ ਹੋ ਗਈ ਹੈ। ਦੈਟ ਮੀਨਸ ਭਾਈ ਇਹ ਘਟ ਰਹੀ ਹੈ। ਤੁਹਾਨੂੰ ਆ ਜਾਂਦੇ ਹੁੰਦੇ ਨੇ ਟਾਸਕ ਰੇਡੀਓ ਟੈਲੀਵਿਜ਼ਨ ਦੇ ਵਿੱਚ ਡਿਫਰੈਂਸ, ਹਨਾ, ਤੇ ਉਹ ਚੀਜ਼ਾਂ, ਠੀਕ ਹੈ। ਹਾਂਜੀ ਲਵਪ੍ਰੀਤ, ਹੈਂਡ ਰੇਜ਼ ਕਰ ਰਹੇ ਹੋ, ਕੁਝ ਪੁੱਛਣਾ ਚਾਹੁੰਦੇ ਹੋ? ਅਨਮਿਊਟ ਯੋਰਸੈਲਫ। ਹਾਂਜੀ ਸਰ, ਇੰਪੀਡ ਦੀ ਸਪੈਲਿੰਗ ਕੀ ਹੈਗੇ? ਇੰਪੀਡ, ਗ੍ਰੋਥ ਵਾਲੇ ਦੇ ਵਿੱਚ ਜਿਹੜਾ, IMPEDE। ਤੇ ਸਰ ਜਿਹੜਾ ਆਪਾਂ ING ਦੇ ਨਾਲ ਲਾਇਆ ਉਹਦੇ ਵਿੱਚ N ਹੈਗੀ ਹੈ। ਇੱਕ ਮਿੰਟ, ਓਕੇ, ਉਹ ਗਲਤੀ ਨਾਲ ਪਈ ਹੋਈ ਹੈ। ਹਾਂਜੀ ਸਰ, ਆਹੀ ਕਨਫਿਊਜ਼ਨ ਸੀ। which becomes the cause impeding the holistic growth of children, ਠੀਕ ਹੈ। ਉਹ word mistake ਸੀ, ਥੈਂਕ ਯੂ ਉਹਦੇ ਲਈ ਦੱਸਣ ਦੇ ਲਈ। ਓਕੇ, ਤਾਂ on the wane, ਓਕੇ, the popularity of radio is on the wane, ਜਿਹੜੀ ਪੋਪੂਲੈਰਿਟੀ ਹੈ ਰੇਡੀਓ ਦੀ ਉਹ ਭਾਈ ਹੁਣ ਲਾਈਕ ਘਟ ਰਹੀ ਹੈ, ਇਹਦਾ ਮਤਲਬ ਉਹ ਹੈ। ਅੱਗੇ ਦੇਖੋ, the popularity of television is on the wane, ਆਪਾਂ ਲਿਖਿਆ ਕਿ ਟੈਲੀਵਿਜ਼ਨ ਦੀ ਵੀ ਜਿਹੜੀ ਪੋਪੂਲੈਰਿਟੀ ਉਹ ਵੀ ਭਾਈ ਘਟ ਗਈ ਹੈ, ਘਟ ਰਹੀ ਹੈ ਕਹਿ ਲਓ। ਤੇ ਬਿਕੋਜ਼ ਨਾਲ ਰੀਜ਼ਨ ਦੇ ਦਿੱਤਾ, because it is being replaced with smart screens, ਕਿਉਂਕਿ ਇਹ ਸਮਾਰਟ ਸਕਰੀਨਸ ਦੇ ਨਾਲ ਰਿਪਲੇਸ ਕੀਤਾ ਜਾ ਰਿਹਾ ਜਿਹੜਾ ਟੈਲੀਵਿਜ਼ਨ, ਠੀਕ ਹੈ। ਤਾਂ ਬੀਇੰਗ ਕਿੱਦਾਂ ਲੱਗਿਆ ਇੱਥੇ ਮੈਂ ਬੱਚਿਆਂ ਨੂੰ ਸਿਖਾਇਆ ਸੀਗਾ, I am eating an apple ਐਕਟਿਵ ਬਣ ਗਿਆ, an apple is being eaten by me ਇਹ ਪੈਸਿਵ ਬਣ ਗਿਆ, ਠੀਕ ਹੈ। ਤਾਂ being replaced with, ਆ ਹੁਣ ਇੰਨਾ ਪਾਰਟ ਜਿਹੜਾ ਆ ਇਹ ਤੁਹਾਡਾ ਐਕਟਿਵ ਦਾ ਬਣ ਗਿਆ, ਅੱਗੋਂ ਵਾਲਾ ਪਾਰਟ ਜਿਹੜਾ ਇਹ ਤੁਹਾਡਾ ਪੈਸਿਵ ਦਾ ਬਣ ਗਿਆ। ਆਪਣੇ ਆਪ ਦੇ ਵਿੱਚ 7.5 ਪਲੱਸ ਸੈਂਟੈਂਸ ਬਣ ਗਿਆ, ਕਿਉਂਕਿ ਇਹਦੇ ਵਿੱਚ ਦੇਖੋ ਇੱਕ ਤਾਂ ਔਨ ਦੀ ਵੇਨ ਇੱਕ ਬਣੀ ਬਣਾਈ ਕੋਲੋਕੇਸ਼ਨ ਮਿਲ ਗਈ, ਦੂਜੇ ਵਿੱਚ ਆਪਾਂ ਕੰਟੀਨਿਊਸ ਦਾ ਪੈਸਿਵ ਦਿਖਾਤਾ ਜਿਹਦੇ ਬੜੇ ਰੇਅਰ ਮੌਕੇ ਮਿਲਦੇ ਨੇ ਯੂਜ਼ ਕਰਨ ਦੇ, ਠੀਕ ਹੈ। ਤਾਂ ਇਦਾਂ ਦੀਆਂ ਚੀਜ਼ਾਂ। ਓਕੇ, ਜਿਹੜਾ ਸੈਂਟੈਂਸ ਆਪਾਂ ਹੁਣ ਕਰਨ ਜਾ ਰਹੇ ਹਾਂ ਇਹ ਬੜਾ ਇੰਪੋਰਟੈਂਟ ਹੈ, ਵੈਰੀ ਬਿਜ਼ੀ, ਔਰ ਬਹੁਤ ਸਾਰੇ ਟਾਸਕ ਦੇ ਵਿੱਚ ਆਪਣਾ ਯੂਜ਼ ਹੁੰਦਾ, ਔਰ ਅਕਸਰ ਮੈਂ ਦੂਜੇ ਤੀਜੇ ਦਿਨ ਯੂਜ਼ ਕਰਦਾ ਹੁੰਦਾ, ਠੀਕ ਹੈ। ਤਾਂ ਇਹਨੂੰ ਤੁਸੀਂ ਕਿੱਦਾਂ ਯੂਜ਼ ਕਰੋਗੇ? ਵੈਰੀ ਬਿਜ਼ੀ ਨੂੰ ਤੁਸੀਂ ਕੀ ਲਿਖ ਸਕਦੇ ਹੋ? ਪੀਪਲ ਆਰ ਪ੍ਰੀ ਆਕੂਪਾਈਡ ਵਿਦ ਮੁੰਡੇਨ ਅਫੇਅਰਸ, ਠੀਕ ਹੈ। ਸਿੰਸ ਲਗਾ ਕੇ ਬਣਾ ਸਕਦੇ ਹੋ, ਸਿੰਸ ਪੀਪਲ ਆਰ ਪ੍ਰੀ ਆਕੂਪਾਈਡ ਵਿਦ ਮੁੰਡੇਨ ਅਫੇਅਰਸ ਦੇ ਹੈਵ ਅ ਹੈਕਟਿਕ ਸਕੇਡਿਊਲ, ਠੀਕ ਹੈ। ਇਹਦਾ ਮਤਲਬ ਹੈ ਕਿ ਲੋਕ ਭਾਈ ਦੁਨਿਆਵੀ ਕੰਮਾਂ ਕਾਜਾਂ ਦੇ ਵਿੱਚ ਰੁੱਝੇ ਹੋਏ ਨੇ। ਪ੍ਰੀ ਆਕੂਪਾਈਡ ਰੁੱਝੇ ਹੋਣਾ, ਮੁੰਡੇਨ ਅਫੇਅਰਸ ਦੁਨਿਆਵੀ ਕੰਮਕਾਜ, ਠੀਕ ਹੈ। ਅਗਲਾ ਸੈਂਟੈਂਸ ਦੇਖੋ, ਪੀਪਲ ਆਰ preoccupied with mundane affairs, comma, they hardly get time for family members, ਠੀਕ ਹੈ। ਤਾਂ ਲੋਕ ਜਿਹੜੇ ਨੇ ਭਾਈ ਉਹ ਦੁਨਿਆਵੀ ਕੰਮਾਂ ਕਾਜਾਂ ਦੇ ਵਿੱਚ ਰੁੱਝੇ ਹੋਏ ਨੇ, ਤਾਂ ਕੌਮਾ ਉਹਨਾਂ ਨੂੰ ਔਖਾ ਹੀ ਟਾਈਮ ਮਿਲਦਾ ਆਪਣੇ ਫੈਮਿਲੀ ਮੈਂਬਰਸ ਦੇ ਵਾਸਤੇ। ਜਿਵੇਂ ਅੱਜ ਕੱਲ ਆਪਣੇ ਕਿੰਨੇ ਹੀ ਟਾਸਕ ਨੇ ਕਿ ਕੋਈ ਵੀ, ਪਹਿਲੀ ਗੱਲ ਤਾਂ ਇਹ ਵੀ ਕੋਈ ਵੀ ਸੈਂਟੈਂਸ ਐਸਾ ਨਹੀਂ ਹੈਗਾ ਜਿਹੜਾ ਤੁਹਾਡਾ ਯੂਜ਼ ਨਹੀਂ ਹੋਣ ਵਾਲਾ, ਲਾਈਕ ਕਿਸੇ ਨਾ ਕਿਸੇ ਸੈਂਟੈਂਸ ਨੇ ਕਿਸੇ ਨਾ ਕਿਸੇ ਟਾਸਕ 'ਚ ਪੈਣਾ, ਠੀਕ ਹੈ। ਹੁਣ ਅੱਜ ਕੱਲ ਆਪਣੇ ਆ ਜਾਂਦੇ ਨੇ ਜੁਆਇੰਟ ਫੈਮਿਲੀਜ਼ ਦੇ, ਫੈਮਿਲੀ ਦੇ ਮੈਟਰ ਦੇ ਉੱਪਰ ਜਦੋਂ ਕੋਈ ਟਾਸਕ ਆ ਜਾਂਦਾ ਆ ਚੀਜ਼ ਤੁਹਾਡੀ ਯੂਜ਼ ਹੋ ਜਾਣੀ ਆ। ਇੱਕ ਅੱਗੇ ਆਪਾਂ ਪਿੱਛੇ ਜੇ ਮੈਰਿਜ ਵਾਲਾ ਕੀਤਾ ਸੀਗਾ, ਮੈਰਿਜਸ ਆਰ ਗੈਟਿੰਗ ਬਿਗਰ, ਉਹ ਹੋ ਜਾਣੀ ਹੈ, ਠੀਕ ਹੈ। ਅਗਲਾ ਸੈਂਟੈਂਸ ਦੇਖੋ, ਸਿੰਸ ਹਸਬੈਂਡਸ ਆਰ ਪ੍ਰੀਆਕੂਪਾਈਡ ਵਿਦ ਮੁੰਡੇਨ ਅਫੇਅਰਸ
they hardly get time for domestic chores। ठीक है, क्योंकि हस्बैंड देखो ਹੁਣ since ਦੇ ਨਾਲ ਜੇ ਇੱਥੇ ਕੋਮਾ ਲਾ ਦੋਗੇ ਨਾ, ਇੱਥੇ ਕੋਮਾ ਲਾ ਦੋਗੇ ਤਾਂ ਦੇਖੋ ਗ੍ਰਾਮੈਟਿਕਲੀ ਰੋਂਗ ਹੈ। ਉਹ ਕਹਿੰਦੇ ਇਹਨੂੰ ਹਟਾ ਦਿਓ, ਇਹ ਸਾਨੂੰ ਨਹੀਂ ਚਾਹੀਦਾ। ਤੇ ਜਦੋਂ ਇਦਾਂ ਆਲਦੋ ਦੇ ਨਾਲ ਇੱਥੇ ਕੋਮਾ ਲਾ ਦਿੰਦੇ ਹੋ ਉਹ ਵੀ ਗਲਤ ਹੈ, ਐਜ਼ ਦੇ ਨਾਲ ਲਾ ਦਿੰਦੇ ਹੋ ਉਹ ਵੀ ਗਲਤ ਹੈ। ਠੀਕ ਹੈ, ਸਾਰੇ ਕਨੈਕਟਰਸ ਦੇ ਨਾਲ ਕੋਮਾ ਨਹੀਂ ਲੱਗਦਾ। ਤਾਂ since husbands are preoccupied with mundane affairs they hardly get time for domestic chores। ਠੀਕ ਹੈ, ਕਿਉਂਕਿ ਘਰ ਵਾਲਿਆਂ ਕੋਲੇ ਘੱਟ ਟਾਈਮ ਆ, ਕਿਉਂਕਿ ਘਰ ਵਾਲੇ ਦੁਨਿਆਵੀ ਕੰਮਾਂ ਕਾਰਾਂ ਚ ਰੁੱਝੇ ਹੋਏ ਨੇ, ਉਹਨਾਂ ਕੋਲੇ ਔਖਾ ਹੀ ਸਮਾਂ ਮਿਲਦਾ ਵੀ ਡੋਮੈਸਟਿਕ ਦੇ ਘਰ ਦੇ ਕੰਮ ਵੀ ਕਰ ਸਕਣ। ਠੀਕ ਹੈ, ਚਲੋ ਅੱਗੇ ਚੱਲਦੇ। ਸਟ੍ਰੈਸ ਨੂੰ ਲੈ ਕੇ, ਠੀਕ ਹੈ, ਸਟ੍ਰੈਸ, ਹੁਣ ਸਟ੍ਰੈਸ ਦੇ ਉੱਪਰ ਕਿੰਨੇ ਟਾਸਕ ਨੇ ਹਨਾ, ਲਾਈਕ ਕੰਸੈਂਟਰੇਸ਼ਨ ਦੇ ਉੱਪਰ ਆ ਜਾਂਦਾ। ਤਾਂ ਸਟ੍ਰੈਸ ਇਜ਼ ਮਾਊਂਟਿੰਗ ਔਨ ਦੀ ਬਰਡਿੰਗ ਮਾਈਂਡਸ। ਠੀਕ ਹੈ, ਸਟ੍ਰੈਸ ਜਿਹੜਾ ਹੈ ਮਾਊਂਟਿੰਗ ਲਾਈਕ ਵੱਧ ਰਿਹਾ, ਕਿੱਥੇ ਵੱਧ ਰਿਹਾ, ਉੱਭਰਦੇ ਦਿਮਾਗਾਂ ਤੇ, ਛੋਟੇ ਛੋਟੇ ਬੱਚੇ ਜਿਹੜੇ ਨੇ ਉਹਨਾਂ ਦੇ ਦਿਮਾਗਾਂ ਤੇ ਵੀ ਸਟ੍ਰੈਸ ਵਧੀ ਜਾ ਰਿਹਾ ਹੈਗਾ। ਠੀਕ ਹੈ, ਉਹ ਤੋਂ ਬਾਅਦ ਦੇਖੋ ਇਟ ਵਿਲ ਮਾਊਂਟ ਸਟ੍ਰੈਸ ਔਨ ਬਰਡਿੰਗ ਮਾਈਂਡਸ, ਲਾਈਕ ਜੋ ਗੱਲ ਤੁਸੀਂ ਪਿੱਛੇ ਕਰਕੇ ਆ ਰਹੇ ਹੋ ਉਦੋਂ ਅੱਗੇ ਤੁਸੀਂ ਆਹ ਵਾਲੀ ਗੱਲ ਜਿਹੜੀ ਹੈ ਲਿਖ ਸਕਦੇ ਹੋ, ਇਟ ਵਿਲ ਮਾਊਂਟ ਸਟ੍ਰੈਸ ਔਨ ਬਰਡਿੰਗ ਮਾਈਂਡਸ। ਠੀਕ ਹੈ, ਅੱਗੇ ਦੇਖੋ ਟੂਡੇਜ਼ ਚਿਲਡਰਨ ਆਰ ਰੀਲਿੰਗ ਅੰਡਰ enormous stress because of competition in the field of education। ਠੀਕ ਹੈ, ਤਾਂ ਅੱਜ ਕੱਲ ਦੇ ਬੱਚੇ ਰੀਲਿੰਗ ਅੰਡਰ, ਜਿਹੜਾ ਆਪਾਂ ਸ਼ੁਰੂ ਚ ਸਭ ਤੋਂ ਉੱਪਰ ਸਫਰਿੰਗ ਫਰੋਮ ਕਰਕੇ ਆਏ ਆ, ਤਾਂ ਉਹਨੂੰ ਲਿਖ ਦਿੱਤਾ ਆਪਾਂ ਰੀਲਿੰਗ ਅੰਡਰ। ਇਨੋਰਮਸ ਹੁੰਦਾ ਮਤਲਬ ਵੱਡੇ ਲੈਵਲ ਤੇ, ਵੱਡੇ ਸਟ੍ਰੈਸ ਤੋਂ, ਲਾਈਕ ਉਸ ਚੀਜ਼ ਤੋਂ ਸਫਰ ਕਰ ਰਹੇ ਨੇ ਵੱਡੇ ਸਟ੍ਰੈਸ ਤੋਂ, ਬਿਕੋਜ਼ ਆਫ ਕੰਪੀਟੀਸ਼ਨ ਇਨ ਦੀ ਫੀਲਡ ਆਫ ਐਜੂਕੇਸ਼ਨ ਦੀ ਫੀਲਡ ਦੇ ਵਿੱਚ ਜਿਹੜਾ ਕੰਪੀਟੀਸ਼ਨ ਹੈ, ਲਾਈਕ 99% ਨੰਬਰ ਲੈ ਕੇ ਵੀ ਜਵਾਕ ਕਹਿੰਦਾ ਹੈ ਵੀ ਇੱਕ ਕਿਉਂ ਘਟ ਗਿਆ। ਠੀਕ ਹੈ, ਫਿਰ ਵੀ ਕਈ ਯੂਨੀਵਰਸਿਟੀਜ਼ ਐਡਮਿਸ਼ਨ ਨਹੀਂ ਦਿੰਦੀਆਂ। ਠੀਕ ਹੈ, ਉਹ ਕਿਉਂ ਨਹੀਂ ਦਿੰਦੀਆਂ, ਉਹ ਤਾਂ ਚਲੋ ਆਪਾਂ ਨੂੰ ਪਤਾ ਹੈ, ਪੈਸੇ ਚੱਲਦੇ ਨੇ। ਠੀਕ ਹੈ, ਉਹ 99% ਵਾਲੇ ਨੂੰ ਵੀ ਜੇ ਨਹੀਂ ਮਿਲ ਰਹੀ ਤਾਂ ਫਿਰ ਤਾਂ ਮਿਲਣੀ ਕਿਹਨੂੰ ਹੈ। ਠੀਕ ਹੈ, ਅਗਲਾ ਸੈਂਟੈਂਸ ਦੇਖੋ, ਟੂਡੇਜ਼ EMPLOYEES ਆਰ ਰੀਲਿੰਗ ਅੰਡਰ ਇਨੋਰਮਸ ਸਟ੍ਰੈਸ ਬਿਕੋਜ਼ ਆਫ ਡੂਇੰਗ ਅਬੰਡੈਂਟ ਵਰਕ ਇਨ, ਹੁਣ ਇੱਥੇ ਅਬੰਡੈਂਟ ਆਫ ਨਹੀਂ ਆਉਣਾ। ਠੀਕ ਹੈ, ਅਬੰਡੈਂਟ ਵਰਕ ਇਨ ਆਫਿਸਿਸ। ਠੀਕ ਹੈ, ਕਿ ਅੱਜ ਕੱਲ ਦੇ EMPLOYEE ਜਿਹੜੇ ਨੇ ਭਾਈ ਆਰ ਰੀਲਿੰਗ ਅੰਡਰ ਇਨੋਰਮਸ ਸਟ੍ਰੈਸ, ਵੀ ਭਾਈ ਵੱਡੇ ਲੈਵਲ ਦੇ ਸਟ੍ਰੈਸ ਤੋਂ ਜਿਹੜੇ ਸਫਰ ਕਰ ਰਹੇ ਨੇ, ਕਿਉਂਕਿ ਉਹਨਾਂ ਨੂੰ ਬੜਾ ਜ਼ਿਆਦਾ ਕੰਮ ਜਿਹੜਾ ਆਫਿਸ ਦੇ ਵਿੱਚ ਕਰਨਾ ਪੈਂਦਾ ਹੈ। ਠੀਕ ਹੈ, ਅੱਗੇ ਦੇਖੋ, ਓਕੇ ਲਾਸਟ ਹੈ ਸੈਲੀਬ੍ਰਿਟੀਜ਼ ਦੇ ਉੱਪਰ ਆ ਜਾਂਦਾ ਹੈ। ਸੈਲੀਬ੍ਰਿਟੀਜ਼ ਆਫਨ ਲੀਵ a profound impact on children and youngsters because they imitate them। ਠੀਕ ਹੈ, ਤਾਂ ਸੈਲੀਬ੍ਰਿਟੀਜ਼ ਜਿਹੜੇ ਨੇ ਅਕਸਰ ਹੀ ਭਾਈ ਆਪਦਾ ਡੂੰਘਾ ਪ੍ਰਭਾਵ ਛੱਡਦੇ ਨੇ ਬੱਚਿਆਂ ਦੇ ਉੱਤੇ ਤੇ ਯੰਗਸਟਰਸ ਦੇ ਉੱਤੇ, ਕਿਉਂਕਿ ਉਹ ਉਹਨਾਂ ਨੂੰ ਇਮੀਟੇਟ ਕਰਦੇ ਨੇ। ਇਮੀਟੇਟ ਹੁੰਦਾ ਕਾਪੀ ਕਰਨਾ, ਇਮੀਟੇਟ ਹੁੰਦਾ ਕਾਪੀ ਕਰਨਾ, ਤਾਂ ਵਰਡ ਯੂਜ਼ ਕਰ ਸਕਦੇ ਹੋ, ਨਾਈਸ ਵਰਡ ਹੈ। ਅੱਗੇ ਦੇਖੋ, ਐਡਵਰਟਾਈਜ਼ਮੈਂਟਸ often leave a profound impact on children and youngsters because they imitate them ਵੀ ਲਿਖ ਸਕਦੇ ਹੋ, ਜਾਂ ਲਿਖ ਸਕਦੇ ਹੋ they imitate them, they imitate because they imitate completely, ਇਦਾਂ ਵੀ ਲਿਖ ਸਕਦੇ ਹੋ ਵੀ ਉਹਨਾਂ ਨੂੰ ਪੂਰੀ ਤਰ੍ਹਾਂ ਇਮੀਟੇਟ ਕਰਦੇ ਨੇ, ਪੂਰਾ ਹੀ ਕਾਪੀ ਕਰਦੇ ਨੇ। ਠੀਕ ਹੈ, ਚਲੋ, ਤਾਂ ਇਹ ਅੱਜ ਦਾ ਆਪਣਾ ਸੀਗਾ ਫਿਕਸ ਸੈਂਟੈਂਸ ਕੁਛ। ਠੀਕ ਹੈ, ਇਹਨਾਂ ਨੂੰ ਕਰ ਲਿਓ ਵਧੀਆ ਤਰੀਕੇ ਨਾਲ। ਲਾਈਕ ਜੇ ਮੰਨ ਲਓ ਇਹ ਤੁਹਾਡਾ ਬੈਂਡ ਵਧਾਊਗਾ ਨਹੀਂ ਨਾ, ਤਾਂ ਇੱਕ ਗੱਲ ਪੱਕੀ ਹੈ ਵੀ ਜੇ ਕਿਤੋਂ ਬੈਂਡ ਜਾ ਰਿਹਾ ਨਾ, ਉਹ ਜ਼ਰੂਰ ਬਚਾ ਲੂਗੀ ਇਹ ਚੀਜ਼। ਪਰ ਇਹ ਵੀ ਗੱਲ ਗਲਤ ਨਹੀਂ ਹੈਗੀ ਜੇ ਮੈਂ ਕਹਾਂ ਕਿ ਇਹਨਾਂ ਨੂੰ ਲਗਾ ਕੇ ਬੈਂਡ ਵਧਣਗੇ ਨਹੀਂ। ਠੀਕ ਹੈ, ਇਹ ਕੁਝ ਉਹ ਸੈਂਟੈਂਸ ਨੇ ਜਿਹੜੇ ਤੁਹਾਡੀ ਰਾਈਟਿੰਗ ਦੇ ਵਿੱਚ ਨਿਖਾਰ ਲਿਆਉਣਗੇ। ਹਾਂਜੀ ਲਵਪ੍ਰੀਤ ਬੋਲੋ। ਓਕੇ, ਮੈਂ ਰਿਕਾਰਡਿੰਗ ਆਫ ਕਰ ਲਾਂ।